ਚੈਨਲ 7 ਡੇ ਨਿਊਜ਼ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬ ਦੇ ਵਿੱਚ ਪਿਛਲੇ 6 ਵਰਿਆਂ ਤੋਂ ਲਟਕਦੀ ਆ ਰਹੀ ਮੰਗ ਬੇਅਦਬੀ ਦੀ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਹੋਈ ਬੇਅਦਬੀ ਤੋਂ ਬਾਅਦ ਬਾਈਬਲ ਕਲਾਂ ਕਾਂਡ ਨੇ ਸੂਬੇ ਦੀ ਸਿਆਸਤ ਦੇ ਵਿੱਚ ਜਿੱਥੇ ਹਾਸ਼ੀਏ 'ਤੇ ਲਿਆ ਕੇ ਉਸ ਵੇਲੇ ਅਕਾਲੀ ਦਲ ਨੂੰ ਖੜਾ ਕੀਤਾ ਸੀ, ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਿੱਚ ਇਸ ਬੇਅਦਬੀ ਨੂੰ ਲੈ ਕੇ ਬਹੁਤ ਵੱਡਾ ਭੁਚਾਲ ਆ ਗਿਆ ਸੀ। ਐਡਾ ਵੱਡਾ ਰੋਸ ਵਿਖਾਈ ਦੇਣ ਲੱਗਿਆ ਸੀ ਕਿ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਦੀ ਘੇਰਾਬੰਦੀ ਵਿਰੋਧੀਆਂ ਦੇ ਨਾਲੋਂ ਨਾਲ ਪੰਥਕ ਜਥੇਬੰਦੀਆਂ ਵੱਲੋਂ ਕੀਤੀ ਗਈ ਸੀ, ਜਿਸ ਦਾ ਖਮਿਆਜਾ ਉਹਨਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਵੀ ਨਾ ਮਿਲਣ ਦੇ ਨਾਲ ਉਠਾਉਣਾ ਪਿਆ। ਉਸ ਤੋਂ ਬਾਅਦ ਅੱਜ ਤੱਕ ਇਹ ਮਾਮਲਾ ਲਟਕਦਾ ਆ ਰਿਹਾ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਤਖਤ ਦਮਦਮਾ ਸਾਹਿਬ ਦੀ ਧਰਤੀ ਵੱਲ ਮੂੰਹ ਕਰਕੇ ਇਹ ਗੱਲ ਕਹੀ ਸੀ ਵੀ ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗਾ। ਬਹੁਤ ਸਿੱਟਾਂ ਬਣੀਆਂ, ਬਹੁਤ ਜਸਟਿਸ ਇਸ ਗੱਲ ਦੇ ਉੱਤੇ ਉਹਨਾਂ ਨੇ ਸਰਚ ਕੀਤੀ, ਪਰ ਅੱਜ ਤੱਕ ਕੋਈ ਇਸ ਗੱਲ ਦਾ ਇਨਸਾਫ ਜਿਹੜਾ ਹੈਗਾ ਉਹ ਸਿੱਖ ਸੰਗਤ ਨੂੰ ਨਹੀਂ ਮਿਲ ਸਕਿਆ। ਇਸ ਮਾਮਲੇ ਨੂੰ ਲੈ ਕੇ ਥੋੜ੍ਹੇ ਜਿਹੇ ਦਿਨ ਪਹਿਲਾਂ ਫਿਰ ਇੱਕ ਵੱਡੀ ਚਰਚਾ ਚੱਲੀ, ਇੱਕ ਵੱਡਾ ਭੁਚਾਲ ਵਿਖਾਈ ਦੇਣ ਲੱਗਿਆ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਹੀ ਪਾਰਟੀ ਦੀ ਇਸਤਰੀ ਵਿੰਗ ਦੀ ਸਲਾਹਕਾਰ ਬੀਬੀ ਰਜਿੰਦਰ ਕੌਰ ਮੀਮਸਾ ਨੇ ਘੇਰਨਾ ਸ਼ੁਰੂ ਕਰ ਦਿੱਤਾ। ਬੀਬੀ ਰਜਿੰਦਰ ਕੌਰ ਮੀਮਸਾ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੇ ਨਾਮਜ਼ਦ ਦੋਸ਼ੀ ਆ ਉਹਨਾਂ ਭਗੌੜਿਆਂ ਦੀਆਂ ਤਸਵੀਰਾਂ ਸਮੇਤ ਕੁਝ ਅਜਿਹੇ ਸਬੂਤ ਜਨਤਕ ਕੀਤੇ ਗਏ ਨੇ ਜਿਸ ਨੇ ਸੂਬੇ ਦੀ ਸਿਆਸਤ ਦੇ ਵਿੱਚ ਜਿੱਥੇ ਇੱਕ ਵਾਰ ਫਿਰ ਸਿਆਸੀ ਭੁਚਾਲ ਲਿਆ ਦਿੱਤਾ ਹੈ, ਉੱਥੇ ਇਸ ਵਾਰ ਸ਼ਾਇਦ ਇਸ ਮਾਮਲੇ ਦੇ ਕਿਸੇ ਧਨ ਪੱਤਨ ਲੱਗਣ ਦੀ ਸੰਭਾਵਨਾ ਵੀ ਬਣ ਗਈ ਹੈ। ਗੱਲ ਕਰਦੇ ਹਾਂ ਅੱਜ ਬੀਬੀ ਰਜਿੰਦਰ ਕੌਰ ਮੀਮਸਾ ਨਾਲ। ਬੀਬੀ ਰਜਿੰਦਰ ਕੌਰ ਮੀਮਸਾ ਪਿਛਲੇ 1.5 ਦਹਾਕੇ ਤੋਂ ਸਿਆਸਤ ਵਿੱਚ ਹਨ। ਇਹਨਾਂ ਨੂੰ ਕਿਸੇ ਵੇਲੇ ਰਾਹੁਲ ਗਾਂਧੀ ਕੌਮੀ ਪ੍ਰਧਾਨ ਜੋ ਸੀਗੇ, ਸਾਬਕਾ ਕੌਮੀ ਪ੍ਰਧਾਨ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ, ਉਹਨਾਂ ਦੇ ਵੀ ਨਜ਼ਦੀਕ ਸਮਝਿਆ ਜਾਂਦਾ ਸੀ। ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਦੌੜ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਜਿੱਥੇ ਇਹ ਲੋਕਾਂ ਵਿਚਕਾਰ ਵਿਚਰਦੇ ਸਨ, ਤੋਂ ਬਾਅਦ ਇਹਨਾਂ ਨੇ ਨਾਰਾਜ਼ ਹੋ ਕੇ ਆਜ਼ਾਦਾਨਾ ਤੌਰ 'ਤੇ ਚੋਣ ਲੜ ਲਈ ਸੀ ਅਤੇ 2008 ਵਿੱਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਕਾਫੀ ਜ਼ਿੰਮੇਵਾਰੀਆਂ ਦਿੱਤੀਆਂ, ਪਰ ਅਚਾਨਕ ਹੀ ਪਿਛਲੇ 1 ਹਫ਼ਤੇ ਤੋਂ ਬੇਅਦਬੀ ਮਾਮਲੇ ਦੇ ਵਿੱਚ ਇਹਨਾਂ ਨੂੰ ਸਰਕਾਰੀ ਗਵਾਹ ਵਜੋਂ ਵੇਖਿਆ ਜਾ ਰਿਹਾ ਹੈ। ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕਾਫੀ ਕੁਛ ਪਾਇਆ। ਆਓ ਅੱਜ ਗੱਲ ਕਰਦੇ ਹਾਂ ਬੀਬੀ ਰਜਿੰਦਰ ਕੌਰ ਮੀਮਸਾ ਨਾਲ। ਮੀਮਸਾ ਜੀ, ਤੁਹਾਡਾ ਸਵਾਗਤ ਹੈ ਚੈਨਲ 7। ਬਹੁਤ ਬਹੁਤ ਧੰਨਵਾਦ। ਤੁਹਾਡੇ ਚੈਨਲ ਦੇ ਥਰੂ ਮੈਂ ਅੱਜ ਸਾਰੇ ਲੋਕਾਂ ਨਾਲ ਆਪਣੀ ਸੱਚਾਈ ਰੱਖ ਸਕੂੰਗੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੰਪਰਕ 'ਚ ਕਦੋਂ ਆਏ? ਮੈਂ 2016 ਦੇ ਦਸੰਬਰ ਦੇ ਅਖੀਰਲੇ ਹਫ਼ਤੇ ਦੇ ਵਿੱਚ ਉਹਨਾਂ ਦੇ ਸੰਪਰਕ 'ਚ ਆਈ ਜੀ। ਕਿਵੇਂ ਜੇ, ਉਹ ਕਾਰਨ ਕੀ ਹੋ ਸਕਿਆ ਵੀ ਜਿਹੜਾ ਤੁਸੀਂ ਉਹਨਾਂ ਦੇ ਸੰਪਰਕ 'ਚ ਆਏ? ਇਸ ਤਰ੍ਹਾਂ ਸੀ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਜਿਸ ਤਰ੍ਹਾਂ ਅੱਜ ਉਹ ਕਹਿ ਰਹੇ ਨੇ ਵੀ ਕਿਸੇ ਸੋਰਸਾਂ ਰਾਹੀਂ ਸਾਨੂੰ ਇਹ ਸਿੱਟ ਬਾਰੇ ਜਾਣਕਾਰੀ ਹੋਈ ਹੈ, ਮੀਮਸਾ ਬਾਰੇ ਜਾਣਕਾਰੀ ਹੋਈ, ਇਸੇ ਤਰ੍ਹਾਂ 2016 ਦੇ ਦਸੰਬਰ ਦੇ ਅਖੀਰਲੇ ਹਫ਼ਤੇ 'ਚ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਕਿਹੜੇ ਕੈਂਡੀਡੇਟਾਂ ਨੂੰ ਟਿਕਟਾਂ ਮਿਲ ਰਹੀਆਂ ਅਤੇ ਕਿਹੜਿਆਂ ਨੂੰ ਨਹੀਂ ਮਿਲ ਰਹੀ ਹੈਗੀ, ਜਿਹੜੀ ਉਹਨਾਂ ਨਾਲ ਕੈਪਟਨ ਭਾਈਵਾਲ ਸੀਗੇ ਜੀ। ਅਤੇ ਉਹਨਾਂ ਨੇ ਕਿਸੇ ਬੰਦੇ ਨੂੰ ਮੇਰੇ ਕੋਲ ਭੇਜ ਕੇ ਮੈਨੂੰ ਕਿਹਾ ਕਿ ਤੁਹਾਨੂੰ ਦਿੱਲੀ ਬੁਲਾਇਆ ਗਿਆ ਜੀ। ਤਾਂ ਉਸ ਦੌਰਾਨ ਮੈਨੂੰ ਦਿੱਲੀ ਜਾਣ ਦਾ ਮੌਕਾ ਮਿਲਿਆ ਜੀ। ਉਸ ਦੌਰਾਨ ਤੁਸੀਂ ਦਿੱਲੀ ਗਏ ਅਤੇ ਉਸ ਦੌਰਾਨ ਤੁਹਾਨੂੰ ਉਸ ਬੈਠਕ ਤੋਂ ਪਹਿਲਾਂ ਜੋ ਤੁਸੀਂ ਆਪਦੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ, ਕੌਣ ਉੱਥੇ ਮਿਲਿਆ ਅਤੇ ਕਿਹੋ ਜਿਹਾ ਮਾਹੌਲ ਸੀ? ਦੇਖੋ, ਜਦ ਮੈਂ ਗੱਲ ਕਰਕੇ ਉੱਥੇ ਟਾਈਮ ਮੈਨੂੰ ਦਿੱਤਾ ਗਿਆ, ਮੈਂ ਗਈ ਜੀ, ਤਾਂ ਨਵੇਂ ਸਾਲ ਤੋਂ 2-3 ਦਿਨ ਪਹਿਲਾਂ ਦੀ ਗੱਲ ਹੈਗੀ ਹੈ ਇਹ, 2016 ਦਸੰਬਰ ਦੀ। 28 ਦਸੰਬਰ ਕਹਿ ਲਈਏ, 29 ਦਸੰਬਰ ਕਹਿ ਲਈਏ, 26-27 ਦੇ ਨੇੜੇ 26-27 ਦਸੰਬਰ ਕਹਿ ਲਈਏ। ਹਾਂਜੀ ਜੀ। ਤੇ
ਉਹ ਜਦ ਮੈਂ ਐਂਟਰ ਕਰੀ, ਬਾਹਰ ਗੱਡੀ ਪਾਰਕ ਕਰਕੇ ਮੈਂ ਅੰਦਰ ਐਂਟਰ ਕਰੀ, ਬਕਾਇਦਾ ਅੰਦਰ ਐਂਟਰ ਕਰਦੇ ਹੀ ਉਹਨਾਂ ਦੀ ਜਦ ਐਂਟਰ ਕਰਦੇ ਖੱਬੇ ਪਾਸੇ ਹੀ ਇੱਕ ਆਫਿਸ ਬਣਿਆ, ਉਸ ਦੇ ਅੰਦਰ ਗਏ, ਉੱਥੇ ਮਿਲਟਰੀ ਦੀ ਇੱਕ ਬੀਬੀ ਬੈਠੀ ਸੀ। ਉਹਨੇ ਕਿਹਾ ਜੀ ਆਪ ਕੌਣ ਹੋ? ਤਾਂ ਮੈਂ ਉੱਥੇ ਐਂਟਰੀ ਆਪਣੀ ਪਾਈ, ਰਜਿੰਦਰ ਕੌਰ ਮੀਮਸਾ। कहते आपको किसने बुलाया? मैं क्या सरदार सुखबीर सिंह बादल जी ने बुलाया। उन्होंने अंदर एक फ़ोन मारिया तो उन्होंने क्या अंदर भेज दो इन्हों। मैं तो मेरे हस्बैंड असीं अंदर चले गए जी। ਤੇ ਅੰਦਰ ਜਦ ਗਏ, ਜਾਂਦੇ ਹੀ ਅਸੀਂ ਸਾਹਮਣੇ ਦੇਖਿਆ ਕਿ ਇਹ ਦੋ ਉੱਥੇ ਡੇਰਾ ਪ੍ਰੇਮੀ ਖੜੇ ਨੇ। ਮੈਂ ਡੇਰਾ ਪ੍ਰੇਮੀ ਦਾ ਇਸ ਕਰਕੇ ਜ਼ਿਕਰ ਕਰ ਰਹੀ ਹਾਂ ਕਿਉਂਕਿ ਜਿਹੜਾ ਹਰਸ਼ ਧੂਰੀ ਹੈਗਾ ਉਹ ਡੇਰੇ ਨਾਲ ਸੰਬੰਧ ਰੱਖਦਾ, ਤੇ ਓਬਵੀਅਸਲੀ ਮੈਨੂੰ ਇਹ ਲੱਗਿਆ ਕਿ ਜਿਹੜਾ ਨਾਲ ਦਾ ਵੀ ਹੈ ਉਹ ਵੀ ਡੇਰਾ ਪ੍ਰੇਮੀ ਹੋਏਗਾ ਜੀ, ਹੈ ਨਾ ਜੀ। ਤੇ ਉੱਥੇ ਮੈਂ ਉਹਨਾਂ ਨੂੰ ਪਹਿਲੀ ਵਾਰ ਵੇਖਿਆ। ਤੁਸੀਂ ਹਰਸ਼ ਧੂਰੀ ਨੂੰ ਕਿਸ ਤਰ੍ਹਾਂ ਜਾਣਦੇ ਸੀ? ਮੇਰਾ ਤਾਂ ਦੇਖੋ ਪਿੰਡ ਹੀ ਧੂਰੀ ਦੇ ਵਿੱਚ ਹੈਗਾ, ਮੀਮਸਾ ਪਿੰਡ, ਤੇ ਧੂਰੀ ਮੈਂ ਬਤੌਰ ਰਹਿ ਰਹੀ ਸੀਗੀ। ਉਹ ਰਾਸ਼ਨ ਕਾਰਡ ਮੇਰੇ ਕੋਲ ਪ੍ਰੂਫ ਦੇ ਤੌਰ ਤੇ ਹੈਗਾ ਜੀ, ਤੇ ਉੱਥੇ ਦੀ ਵੋਟ ਮੇਰੇ ਕੋਲ ਹੈਗੀ ਹੈ ਪ੍ਰੂਫ ਜੀ ਕਿ ਮੈਂ ਧੂਰੀ ਨਾਲ ਸੰਬੰਧ ਰੱਖਦੀ ਸੀ ਤੇ ਮੀਮਸਾ ਮੇਰਾ ਪਿੰਡ ਸੀ, ਹੈ ਨਾ ਜੀ। ਔਰ ਇਹ ਇਸ ਕਰਕੇ ਵੀ ਮੈਂ ਉਸ ਸ਼ਖਸ ਨੂੰ ਬਹੁਤ ਨਜ਼ਦੀਕੀ ਨਾਲ ਇਸ ਕਰਕੇ ਵੀ ਜਾਣ ਸੀ ਵੀ ਮੈਂ ਸਿਆਸਤ ਕਰ ਰਹੀ ਸੀ ਔਰ ਉਹ ਵੀ ਕਿਤੇ ਨਾ ਕਿਤੇ ਸਿਆਸਤ ਨਾਲ ਜੁੜਿਆ ਹੋਇਆ ਸੀ ਜੀ। ਮੈਡਮ ਤੁਸੀਂ ਕਾਂਗਰਸ ਛੱਡਤੀ ਤੇ 2018 ਦੇ ਵਿੱਚ ਫਿਰ ਅਕਾਲੀ ਦਲ ਦੇ ਵਿੱਚ ਕਿਉਂ ਸ਼ਮੂਲੀਅਤ ਕੀਤੀ? ਜਾਂ ਜਦੋਂ ਤੁਸੀਂ ਆਜ਼ਾਦਾਨਾ ਤੌਰ 'ਤੇ ਚੋਣ ਲੜ ਚੁੱਕੇ ਸੀ, ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣ ਚੁੱਕੀ ਸੀ, ਕਿਤੇ ਨਾ ਕਿਤੇ ਤੁਹਾਡਾ ਜਿਹੜਾ ਝੁਕਾਅ ਸੀ ਜਾਂ ਇਨਸਾਨ ਦੀਆਂ ਕੁਝ ਗਤੀਵਿਧੀਆਂ ਹੁੰਦੀਆਂ ਨੇ ਉਹ ਕਾਂਗਰਸ ਵਾਲੀ ਸੀਗੀਆਂ, ਤੇ ਪਰ ਫਿਰ ਵੀ ਤੁਸੀਂ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ, ਜਿਹੜਾ ਸ਼੍ਰੋਮਣੀ ਅਕਾਲੀ ਦਲ ਉਸ ਵੇਲੇ ਤੀਜੀ ਧਿਰ ਜਾਂ ਇਹ ਗੱਲ ਲਈ ਵਿਰੋਧੀ ਧਿਰ ਦੀ ਭੂਮਿਕਾ ਤੋਂ ਵੀ ਪਰੇ ਹਟ ਗਿਆ ਸੀ। ਵੈਸੇ ਤਾਂ ਦੇਖੋ ਸਿਆਸੀ ਲੀਡਰ ਜਿਹੜੇ ਵੀ ਹੁੰਦੇ ਨੇ ਜਦ ਪਾਰਟੀਆਂ ਦੇ ਖਿਲਾਫ ਜਾਂਦੇ ਨੇ ਉਹ ਹਮੇਸ਼ਾ ਘਰ ਵਾਪਸੀਆਂ ਕਰ ਲੈਂਦੇ ਨੇ, ਜਿੱਥੇ ਉਹ ਸਰਕਾਰ ਦੇ ਵਿੱਚ ਸਰਕਾਰ ਬਣਾ ਲੈਂਦੇ ਨੇ। ਮੰਨ ਲਓ ਕਾਂਗਰਸ ਪਾਰਟੀ ਨੇ ਸਰਕਾਰ ਬਣਾਈ ਸੀ, ਪਾਵਰ 'ਚ ਸੀ, ਮੈਂ ਕਾਂਗਰਸ ਨਾਲ ਰਿਲੇਟਡ ਸੀ, ਮੈਂ ਘਰ ਵਾਪਸੀ ਕਰ ਸਕਦੀ ਸੀ, ਪਰ ਮੈਨੂੰ ਕਿਤੇ ਨਾ ਕਿਤੇ ਅੱਜ ਇਹ ਮਹਿਸੂਸ ਹੁੰਦਾ ਕਿ ਗੁਰੂ ਮਹਾਰਾਜ ਜੀ ਦਾ ਇੱਕ ਇਸ਼ਾਰਾ ਸੀ ਜਾਂ ਉਹਨਾਂ ਨੇ ਮੇਰੇ ਦਿਮਾਗ 'ਚ ਕੁਝ ਇਹੋ ਜਿਹਾ ਲੀਕਤਾ ਕਿ ਮੈਨੂੰ ਤੀਜੇ ਧਿਰ ਵਿੱਚ ਜਾਣ ਦੇ ਵਿੱਚ ਇੰਨੀ ਇੱਛੁਕਤਾ ਹੋ ਰਹੀ ਸੀ ਕਿ ਮੈਂ ਉਸ ਨੂੰ ਹੁਣ ਜੁਆਇਨ ਹੀ ਕਰ ਲਾਂ। ਦੂਸਰਾ ਮੇਰਾ ਕਾਰਨ ਇਹ ਰਿਹਾ ਸੀਗਾ ਕਿ ਜਦ ਵੀ ਕੋਈ ਜੋ ਮੇਰੇ ਵਾਂਗੂ ਸਾਫ਼ ਸੁਥਰੀ ਰਾਜਨੀਤੀ ਕਰਦਾ, ਮੈਨੂੰ ਇਹ ਲੱਗਿਆ ਕਿ ਜਿਸ ਪਾਰਟੀ ਦੀ ਵੀ ਮੈਂ ਬਾਗੀ ਹੋ ਕੇ ਆਜ਼ਾਦ ਚੋਣ ਦੀ ਲੜਨ ਦੀ ਆਪਣੇ ਵਿਰੋਧੀ ਧਿਰ ਦੇ ਉੱਥੇ ਵੋਟਾਂ ਦੇ ਵਿੱਚ ਵੀ ਬੈਠੀ ਹਾਂ, ਉਹ ਫੋਟੋਆਂ ਮੇਰੀ ਜਨਤਕ ਹੋਈਆਂ ਹੋਈਆਂ ਨੇ। ਕੱਲ੍ਹ ਨੂੰ ਇਹ ਫੋਟੋਆਂ ਲਿਜਾ ਕੇ ਦਿਖਾਉਣਗੇ ਕਿ ਅੱਜ ਦੇਖੋ ਸਰਕਾਰ ਬਣ ਗਈ, ਇਹ ਅੱਜ ਆਪਣੀ ਪਾਵਰ ਭਾਲ ਰਹੀ ਹੈ, ਕੋਈ ਚੇਅਰਮੈਨ ਨਹੀਂ ਭਾਲ ਰਹੀ ਹੈ, ਘਰ ਵਾਪਸੀ ਕਰ ਰਹੀ ਹੈ, ਠੀਕ ਹੈ ਜੀ, ਵੀ ਇਸ ਨੂੰ ਇਸ ਤਰ੍ਹਾਂ ਦੀ ਕੋਈ ਨੁਮਾਇੰਦਗੀ ਨਾ ਮਿਲੇ। ਉਹ ਥੱਬਾ ਮੈਂ ਆਪਣੇ ਉੱਪਰ ਨਹੀਂ ਲਗਾਉਣਾ ਚਾਹੁੰਦੀ ਸੀ। ਨਾਲ ਦੀ ਨਾਲ ਮੈਂ ਇਹ ਵੀ ਸੋਚਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅਗਰ ਮੈਨੂੰ ਕੋਈ ਭਰੋਸਾ ਦਿੱਤਾ ਹੈ ਤਾਂ ਉਹ ਕਿਸੇ ਦਮ ਨਾਲ ਦਿੱਤਾ ਹੋਏਗਾ। ਇਹ ਵੀ ਕੁਝ ਗੱਲਾਂ ਮੇਰੇ ਜ਼ਿਹਨ 'ਚ ਚੱਲ ਰਹੀਆਂ ਸੀ। ਹੁਣ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੂੰਗੀ, ਜਦ ਮੈਂ ਪਹਿਲੀ ਵਾਰ ਉੱਥੇ ਹਰਸ਼ ਧੂਰੀ ਨੂੰ ਦੇਖਿਆ ਪਹਿਲੀ ਮੀਟਿੰਗ ਦੇ ਵਿੱਚ ਤਾਂ ਉਹ ਖੜੇ ਹੋਏ ਸੀਗੇ, ਮੈਨੂੰ ਦੇਖ ਕੇ ਜਦੋਂ ਉਹਨਾਂ ਨੇ ਬੁਲਾਇਆ ਖੁਸ਼ ਹੋਏ, ਅਸੀਂ ਗੱਲਾਂ ਵੀ ਕੀਤੀਆਂ, ਪੁਰਾਣੀ ਯਾਦਾਂ ਤਾਜ਼ੀਆਂ ਕੀਤੀਆਂ। ਤਾਂ ਪ੍ਰਧਾਨ ਜੀ ਦਾ ਇੱਕਦਮ ਘਰੋਂ ਆਉਣਾ ਔਰ ਉਹਨੂੰ ਹੱਥ ਮਿਲਾ ਕੇ ਕਹਿਣਾ ਯਾਰ ਫੋਨ ਫਾਨ ਤਾਂ ਕਰ ਲਿਆ ਕਰੋ, ਤੁਸੀਂ ਮਰਵਾਓਗੇ ਕਿਸੇ ਦਿਨ ਮੈਨੂੰ, ਇਹ ਕਿਤੇ ਮੈਨੂੰ ਐਵੇਂ ਲੱਗ ਰਿਹਾ ਸੀਗਾ ਵੀ ਸ਼ਾਇਦ ਵੀ 17 ਦੀ ਚੋਣਾਂ ਨੇੜੇ ਨੇ ਕਿਉਂਕਿ 4 ਜਨਵਰੀ ਨੂੰ 4 ਫਰਵਰੀ ਨੂੰ ਚੋਣਾਂ ਚਾਰ ਵੀ ਚੋਣ ਜ਼ਾਬਤਾ ਵੀ ਲੱਗਣ ਵਾਲਾ ਸੀਗਾ, ਵੀ ਮੈਨੂੰ ਇਹ ਲੱਗ ਰਿਹਾ ਸੀਗਾ ਵੀ ਸ਼ਾਇਦ ਉਹ ਸੈਟਿੰਗਾਂ ਵੈਟਿੰਗਾਂ ਕਰਦੀ ਆ, ਹਰ ਪਾਰਟੀ ਕਰਦੀ ਹੈ, ਮੈਂ ਇਕੱਲੀ ਇੱਕ ਤੇ ਕੋਈ ਨਵੀਂ ਗੱਲ ਨਹੀਂ ਹੈ। ਤੇ ਉਸ ਤੋਂ ਬਾਅਦ ਦੂਸਰੀ ਵਾਰ ਮੈਨੂੰ ਦੇਖੋ ਮੈਂ ਵਿੱਚ ਉਸ ਤੋਂ ਇੱਕ ਗੈਪ ਦੇ ਵਿੱਚ ਮੈਂ ਜ਼ਰੂਰ ਗਈ ਹਾਂ, ਮੈਂ ਇਹ ਨਹੀਂ ਕਹਿੰਦੀ ਕਿ ਮੈਂ ਲਗਾਤਾਰ ਉਹਨਾਂ ਨੂੰ ਦੇਖਿਆ। ਤੇ ਉਸ ਤੋਂ ਬਾਅਦ ਮੈਂ ਫਿਰ ਉਹਨਾਂ ਕੋਲ ਗਈ, ਉਹਨਾਂ ਨੇ ਸਾਨੂੰ ਆਪਸ਼ਨ ਦਿੱਤੀ ਸੀ ਵੀ ਤੁਸੀਂ ਜਾਂ ਤਾਂ ਸਾਡੀ ਪਾਰਟੀ ਜੁਆਇਨ ਕਰ ਲਓ, ਸ਼੍ਰੋਮਣੀ ਅਕਾਲੀ ਦਾ ਸਰੋਪਾ ਪਵਾ ਲਓ, ਥੋੜ੍ਹੀ ਜਿਹੀ ਹਵਾ ਬਣ ਜਾਏਗੀ ਕਿਉਂਕਿ ਬੇਅਦਬੀ ਕਰਕੇ ਸਾਡੀ ਵੋਟ ਬੈਂਕ ਦਾ ਗ੍ਰਾਫ ਕਾਫੀ ਨੀਚੇ ਗਿਰ ਗਿਆ ਤੇ ਲੋਕਾਂ 'ਚ ਇੱਕ ਮੈਸੇਜ ਆਏਗਾ ਵੀ ਨਹੀਂ ਲੋਕਾਂ ਨੂੰ ਅੱਜ ਵੀ ਸ਼੍ਰੋਮਣੀ ਅਕਾਲੀ ਦਲ 'ਤੇ ਭਰੋਸਾ ਹੈ ਤੇ ਇੱਕ ਵੇਵ ਬਣ ਜਾਏਗੀ। ਦੂਸਰੀ ਆਪਸ਼ਨ ਉਹਨਾਂ ਨੇ ਦਿੱਤੀ ਸੀ ਕਿ ਜਾਂ ਤੁਸੀਂ ਸਾਡੇ ਕੈਂਡੀਡੇਟ ਦੇ ਫੇਵਰ ਦੇ ਵਿੱਚ ਪ੍ਰਚਾਰ ਕਰੋ, ਠੀਕ ਹੈ। ਮੈਂ ਉਹਨਾਂ ਨੂੰ ਪਹਿਲੀ ਮੀਟਿੰਗ 'ਚ ਕਿਹਾ ਸੀ ਜੀ ਵੀ ਮੈਨੂੰ ਟਾਈਮ ਦਿਓ, ਮੈਂ ਆਪਣਾ ਮਤਲਬ ਫੈਸਲਾ ਕਰਕੇ ਫਿਰ ਤੁਹਾਨੂੰ ਦੱਸੂਗੀ। 2-3 ਦਿਨ ਬਾਅਦ ਜਦ ਅਸੀਂ ਦੁਬਾਰਾ ਆਪਣਾ ਫੈਸਲਾ ਦੇਣ ਜਾਂਦੇ ਹਾਂ ਤੇ ਉਦੋਂ ਮੈਨੂੰ ਕੋਈ ਮਿਲਿਆ ਨਹੀਂ ਉੱਥੇ। ਅਸੀਂ ਫਿਰ ਪ੍ਰਧਾਨ ਜੀ ਨੂੰ ਕਿਹਾ ਦੇਖੋ ਮੈਂ ਆਜ਼ਾਦ ਚੋਣ ਲੜੂੰਗੀ ਕਿਉਂਕਿ ਮੈਂ ਦੇਖੋ ਆਪਣੀ ਸਿਆਸਤ ਵੀ ਅੱਗੇ ਦੇਖਣੀ ਹੈ, ਫਿਊਚਰ ਵੀ ਦੇਖਣਾ ਹੈ, ਮੈਨੂੰ ਵੋਟਾਂ ਪੈਣ ਨਾ ਪੈਣ ਮੈਟਰ ਨਹੀਂ ਕਰਦਾ, ਬਟ ਮੈਂ ਕਾਂਗਰਸ ਦੇ ਕੈਂਡੀਡੇਟ ਨੂੰ ਜਿੱਤਣ ਨਹੀਂ ਦੇਣਾ ਉੱਥੋਂ, ਮੇਰਾ ਮੋਟੋ ਇਹ ਹੈਗਾ ਤੇ ਇਸ ਕਰਕੇ ਮੈਂ ਆਜ਼ਾਦ ਚੋਣ ਲੜਨ ਦਾ ਫੈਸਲਾ ਲੈ ਕੇ ਉਹਨਾਂ ਨੂੰ ਦੱਸਤਾ ਸੀ ਜੀ। ਪਰ ਇਹ ਇੱਕ ਸਿਆਸਤ ਨਾਲ ਗੱਲ ਸੀਗੀ, ਉੱਥੇ ਕੌਣ ਮਿਲਿਆ, ਤੁਸੀਂ ਸੁਖਬੀਰ ਜੀ ਨੂੰ ਮਿਲੇ, ਆਪਦੀ ਪੱਖ ਦੱਸਿਆ, ਪਰ ਬੇਅਦਬੀ ਵਾਲੇ ਮਾਮਲੇ ਨਾਲ ਤੁਸੀਂ ਕਦੋਂ ਜੁੜ ਗਏ ਜਦੋਂ ਤੁਸੀਂ
ਇਸ ਗੱਲ ਵੱਲ ਨੂੰ ਚੱਲ ਪਏ ਵੀ ਜਿਹੜੇ ਇਹਦੇ ਦੋਸ਼ੀ ਨੇ, ਭਾਵੇਂ ਉਹ ਕੋਈ ਵੀ ਆ, ਮੈਂ ਉਹਨੂੰ ਸਜ਼ਾ ਦਿਵਾਉਣ ਦਾ ਅਹਿਦ ਲਿਆ। ਇਸ ਤਰ੍ਹਾਂ ਦੀ ਜਦ ਨਾ ਵੋਟਾਂ ਪੈ ਚੁੱਕੀਆਂ ਸੀਆਂ, ਹੁਣ ਲੀਡਰ ਦੇ ਪੈਰਾਂ 'ਚ ਖੁਰਕ ਰਹਿੰਦੀ ਹੈ ਵੀ ਕਦੋਂ ਆਪਣੇ ਬੌਸ ਦੇ ਮੂੰਹ ਮੱਥੇ ਲੱਗੇ। ਜੀ ਬਿਲਕੁਲ। ਵੋਟਾਂ ਪੈ ਚੁੱਕੀਆਂ ਸੀ, ਅਸੀਂ ਫਰੀ ਸੀਗੇ ਕਿਉਂਕਿ ਰਿਜ਼ਲਟ ਆਉਣ ਨੂੰ ਕਾਫੀ ਲੰਬਾ ਟਾਈਮ ਐਤਕੀ ਪਾਤਾ ਸੀਗਾ ਜੀ। ਮੈਂ ਸੋਚਿਆ ਕਿ ਕਿਉਂ ਨਾ ਪ੍ਰਧਾਨ ਜੀ ਦੇ ਇੱਕ ਵਾਰ ਦਰਸ਼ਨ ਮੇਲੇ ਕਰ ਆਈਏ। ਅਸੀਂ ਲੈਂਡਲਾਈਨ 'ਤੇ ਫੋਨ 'ਤੇ ਟਾਈਮ ਲਿਆ ਔਰ ਦਿੱਲੀ ਜਾ ਵੜੇ। ਤਾਂ ਉੱਥੇ ਮੈਂ ਜਾ ਕੇ ਦੇਖਿਆ ਅਰਸ਼ ਧੂਰੀ ਅਤੇ ਨਾਲ ਜਗਜੀਤ ਸਿੰਘ। ਇਹ ਅਰਸ਼ ਧੂਰੀ ਨੇ ਜੀ, ਜਿਹਦੀ ਫੋਟੋ ਅੱਜ ਤੱਕ SIT ਨੇ ਜਨਤਕ ਨਹੀਂ ਕੀਤੀ ਹੈਗੀ, ਜਿਹਦਾ ਖਮਿਆਜਾ ਅੱਜ ਦੇ ਪੰਜਾਬ ਦੇ ਸਾਰੇ ਆਪਣੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਿੱਟ ਨਾਲ ਮਿਲਿਆ ਹੋਇਆ। ਇਸ ਗੱਲ ਦਾ ਸਬੂਤ ਹੈ ਕਿ ਇਹ ਫੋਟੋ ਅੱਜ ਤੱਕ ਜਨਤਕ ਨਹੀਂ ਹੋਈ ਹੈਗੀ। ਤਾਂ ਦੂਸਰਾ ਇਹ ਸੀਗਾ ਜਗਜੀਤ ਸਿੰਘ ਜੀ, ਇਹਦੀ ਮੈਂ ਵੱਡੀ ਫੋਟੋ ਵੀ ਤੁਹਾਨੂੰ ਦਿਖਾ ਦਿੰਨੀ ਹੈਗੀ ਆ। ਇਹ ਜਗਜੀਤ ਸਿੰਘ ਸੀਗੇ ਜਿਹੜੇ ਇਹਨਾਂ ਨਾਲ ਆਏ ਹੋਏ ਸੀਗੇ। ਔਰ ਦੂਸਰੀ ਵਾਰ ਸੀਗਾ ਜਦ ਮੈਂ ਇਹਨਾਂ ਨੂੰ ਉੱਥੇ ਦੇਖਿਆ। ਇਹ ਦਫ਼ਤਰ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਜਿੱਥੇ OSD ਬੈਠਦੇ ਹੈਗੇ ਆ, ਅਤੇ ਅਸੀਂ ਉੱਥੇ ਬੈਠ ਕੇ ਚਾਹ ਵੀ ਪੀਤੀ। ਦੇਖੋ ਮੈਂ ਜਦ ਇਹਨਾਂ ਦੀ ਫੋਟੋ ਲਈ ਤਾਂ ਓਬਵੀਅਸਲੀ ਇਹ ਬਿਜ਼ੀ ਹੈ, ਤਾਂ ਮੈਂ ਸਾਇਲੈਂਟਲੀ ਫੋਟੋ ਲਈ ਸੀ। ਮੈਂ ਫੋਟੋ ਲੈਣ ਦਾ ਕਾਰਨ ਇਹ ਨਹੀਂ ਸੀਗੀ ਕਿ ਮੈਨੂੰ ਕੇਸ ਨਾਲ ਕੋਈ ਰਿਲੇਟਡ ਗੱਲ ਪਤਾ ਹੈ। ਮੈਂ ਫੋਟੋ ਇਸ ਕਰਕੇ ਲਈ ਸੀ ਕਿਉਂਕਿ ਮੈਂ ਪੁੱਛਣਾ ਚਾਹੁੰਦੀ ਸੀ ਵੀ ਇੰਨਾ ਸ਼ਖਸ ਕੌਣ ਹੈ ਕਿ ਪ੍ਰਧਾਨ ਜੀ ਇੰਨੀ ਦੇਰ ਇਹਦੇ ਨਾਲ ਡਿਸਕਸ਼ਨ ਕਰਦੇ ਆ, ਬੰਦ ਕਮਰਾ ਮੀਟਿੰਗ ਕਰਦੇ ਆ, ਤਾਂ ਕਿ ਕੱਲ੍ਹ ਨੂੰ ਅਗਰ ਕੋਈ ਮੈਨੂੰ ਸਿਆਸੀ ਲਾਹਾ ਲੈਣਾ ਹੋਵੇ ਤਾਂ ਇਸ ਬੰਦੇ ਦੀ ਮੈਂ ਮਦਦ ਲੈ ਸਕਾਂ। ਇਹ ਫੋਟੋ ਲੈਣ ਦਾ ਕਾਰਨ ਮੇਰਾ ਉਹ ਸੀਗਾ ਜੀ। ਅਤੇ ਜਿਹੜੀ ਗੱਲ ਤੁਸੀਂ ਮੋਸਟ ਪ੍ਰੋਬਲੀ ਸਾਰੇ ਚੈਨਲਾਂ 'ਤੇ ਪੁੱਛ ਰਹੇ ਹੋ, ਫੇਸਬੁੱਕ 'ਤੇ ਪੁੱਛ ਰਹੇ ਹੋ, ਮੈਨੂੰ ਕਮੈਂਟਸ ਵੀ ਕਰ ਰਹੇ ਹੋ ਵੀ 16-17 'ਚ ਮੀਮਸਾ ਤੂੰ ਕੀ ਕਰਨ ਗਈ ਸੀ, ਹੈ ਨਾ। ਬਿਲਕੁਲ। ਅਤੇ ਮੈਂ ਪਹਿਲਾਂ ਤਾਂ ਉਹਦਾ ਸਪਸ਼ਟੀਕਰਨ ਦਿੰਦੀ ਹਾਂ। 16-17 ਦੇ ਵਿੱਚ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਵੀ ਮੀਮਸਾ ਤੁਹਾਡੇ ਕੋਲ ਕੀ ਕਰਨ ਆਈ ਸੀਗੀ। ਬਿਲਕੁਲ। ਹੈ ਨਾ। ਸਵਾਲ ਮੈਨੂੰ ਕਰਨ ਦੀ ਵਜ੍ਹਾ ਤੁਸੀਂ ਉਹਨਾਂ ਨੂੰ ਪੁੱਛੋ, ਕਿਉਂਕਿ ਮੈਂ ਤਾਂ ਆਪਣੇ ਉਦਾਹਰਨਾਂ ਆਪਣੇ ਗਵਾਹਾਂ ਦੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋ ਰਹੀ ਹਾਂ, ਸੱਚ ਦੱਸ ਰਹੀ ਹਾਂ। ਹੁਣ ਇੱਥੇ ਘੇਰਨਾ ਤਾਂ ਸੁਖਬੀਰ ਸਿੰਘ ਜੀ ਨੂੰ ਚਾਹੀਦਾ, ਉਲਟਾ ਲੋਕ ਮੈਨੂੰ ਮੀਡੀਆ 'ਤੇ ਘੇਰੀ ਜਾ ਰਹੇ, ਫੇਸਬੁੱਕਾਂ 'ਤੇ ਘੇਰੀ ਜਾ ਰਹੇ ਜੀ। ਚਲੋ ਮੈਂ ਤਾਂ ਤੁਹਾਨੂੰ ਇਹ ਪੁੱਛਦਾ ਸੀ ਵੀ ਬੇਅਦਬੀ ਦੇ ਨਾਲ ਤੁਸੀਂ ਜਿਹੜਾ ਉਸ ਨੂੰ ਇਨਸਾਫ ਦਿਵਾਉਣ ਲਈ ਕਿਵੇਂ ਜੁਟ ਗਏ? ਤੁਹਾਨੂੰ ਕੀ ਪਤਾ ਲੱਗਿਆ ਵੀ ਇਹ ਹਰਸ਼ ਧੂਰੀ ਹੈ, ਇਹ ਭਗੌੜਾ ਕਰਾਰ ਦੇਤਾ? ਇਹ ਗੱਲਾਂ ਕਿੱਥੋਂ ਪਤਾ ਲੱਗਿਆ? ਇਹ ਨਾ ਜੀ ਦੇਖੋ, ਪਹਿਲਾਂ ਤਾਂ ਗੱਲ ਹੈਗੀ ਸੀਗੀ ਇੱਥੇ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਆਪਣੇ ਸਭੀ ਆਮ ਲੋਕਾਂ ਨੂੰ, ਜਿਹੜੇ ਅਖਬਾਰ ਪੜ੍ਹਦੇ ਆ, ਨਹੀਂ ਪੜ੍ਹਦੇ ਜਾਂ ਇਸ ਕੇਸ ਨਾਲ ਰਿਲੇਟਡ ਨਹੀਂ। ਗੋਲੀ ਕਾਂਡ ਦਾ ਅਖਬਾਰਾਂ ਦੇ ਵਿੱਚ ਬਹੁਤ ਚਰਚਾ ਹੈ, ਜ਼ਿਕਰ ਹੈ, TV 'ਤੇ ਵੀ ਚੈਨਲਾਂ 'ਤੇ ਵੀ ਗੋਲੀ ਕਾਂਡ ਦੀ ਚਰਚਾ ਹੈ, ਬਾਈਬਲ ਗੋਲੀ। ਬਟ ਉੱਥੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਰੂਪ ਚੋਰੀ, ਉਹਨਾਂ ਦੇ ਅੰਗ ਖਿਲਾਰਨ ਦਾ ਕਿਤੇ ਵੀ ਵੇਰਵਾ ਨਹੀਂ ਪਾਇਆ ਜਾ ਰਿਹਾ, ਜਿਹਦੇ ਕਰਕੇ ਮੈਨੂੰ ਕਨਫਿਊਜ਼ਨ ਸੀ ਵੀ ਗੋਲੀ ਕਾਂਡ ਹੈ ਜਿਹੜਾ ਉਹੀ ਇਹ ਸਾਰੀ ਰਿਲੇਟਡ ਹੈਗਾ। ਅਤੇ ਅਰਸ਼ ਧੂਰੀ ਦਾ ਉਹਦੇ ਨਾਲ ਕੋਈ ਲਾਗਾ ਤਾਗਾ ਨਹੀਂ ਹੈਗਾ। ਇਹ ਮੈਨੂੰ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਜਿਹੜਾ ਗੋਲੀ ਕਾਂਡ ਸੀਗਾ ਉਹ ਪੁਲਿਸ ਤੇ ਆਮ ਜਨਤਾ ਦੇ ਦੌਰਾਨ ਸੀ ਜੀ, ਠੀਕ ਹੈ। ਉਹ ਸਰੂਪ ਚੋਰੀ ਹੋਇਆ, ਉੱਥੇ ਕਦੀ ਵੀ ਇਹਨੂੰ ਹਾਈਲਾਈਟ ਨਹੀਂ ਕੀਤਾ ਗਿਆ ਇਹਨਾਂ ਸਿੱਟ ਵੱਲੋਂ ਜੀ। ਜਦ ਮੈਨੂੰ ਇਹ ਗੱਲ ਪਤਾ ਲੱਗੀ ਅਖਬਾਰ ਦੇ ਵਿੱਚ ਵੀ ਇਹਨਾਂ ਦੀ ਪ੍ਰੋਪਰਟੀ ਸੀਲ ਕੀਤੀ ਜਾ ਰਹੀ ਹੈ ਔਰ ਉਹਦੇ ਵਿੱਚ ਸਿਰਫ ਅਰਸ਼ ਧੂਰੀ ਲਿਖਿਆ ਹੋਇਆ ਸੀਗਾ। ਖਬਰਾਂ ਦੀ ਹੈਡਿੰਗ ਕੀ ਬਣਾਉਂਦੇ ਸੀ? 3 ਡੇਰਾ ਪ੍ਰੇਮੀ ਲੋੜੀਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ ਦੇ ਸੰਬੰਧ ਨਾਲ, ਹੈ ਨਾ ਜੀ। ਉਹਦੇ ਵਿੱਚ ਨਾ ਤਾਂ ਕਦੀ ਫੋਟੋ ਜਨਤਕ ਕੀਤੀ ਇਹਨਾਂ ਨੇ ਤੇ ਨਾ ਉਸ ਕੇਸ ਦੀਆਂ ਕਦੀ ਡੇਟਾਂ ਡਿਟੇਲ 'ਚ, ਜਿਵੇਂ ਹੁਣ ਬਾਬਾ ਜੀ ਦੀ ਜਿਹੜੀਆਂ ਹੈਗੀਆਂ ਡਰਾਮੇਬਾਜ਼ ਬਾਬੇ ਦੀ ਸਰਸੇ ਵਾਲੇ ਦੀ ਡੇਟਾਂ ਹਮੇਸ਼ਾ TV 'ਤੇ ਚੱਲਦੀਆਂ ਨੇ ਅਤੇ ਜਿਹੜੀ ਪੁਲਿਸ ਜਾਂਦੀ ਹੈ ਪੈਰਵਾਈ ਉਹ ਵੀ ਜੱਗਰ ਹੁੰਦੀਆਂ, ਪਰ ਇਹਨਾਂ ਦੇ ਕੇਸ ਨੂੰ ਕਦੀ ਓਪਨ ਨਹੀਂ ਕੀਤਾ ਜੀ, ਜਿਹਦੇ ਕਰਕੇ ਮੈਨੂੰ ਇਹਦੀ ਹਰਸ਼ ਧੂਰੀ ਦੀ ਨਹੀਂ ਨੌਲੇਜ ਸੀ, ਬਟ ਕੇਸ ਬਾਰੇ ਮੈਂ ਜਾਣਦੀ ਸੀ ਵੀ ਕੁਝ ਚੱਲ ਰਿਹਾ ਇਸ ਤਰ੍ਹਾਂ, ਠੀਕ ਹੈ ਜੀ। ਜਦ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਮੈਂ ਇਹਨਾਂ ਦੇ ਕਿਸੇ ਮੈਂਬਰ, ਸਿੱਟ ਦੇ ਮੈਂਬਰ ਦੇ ਸੰਪਰਕ 'ਚ ਆਈ। ਦੇਖੋ ਆਪਾਂ ਵੀ ਪਰਿਵਾਰ ਵਾਲੇ, ਮੇਰੇ ਵੀ ਬੱਚੇ ਆ। ਕਿਸੇ ਵੀ ਬੰਦੇ 'ਤੇ ਜਦ ਆਪਾਂ ਐਲੀਗੇਸ਼ਨ ਲਾਉਂਦੇ ਹਾਂ ਉਹ ਤਦ ਤੱਕ ਆਪਾਂ ਨਹੀਂ ਸਾਬਤ ਕਰ ਸਕਦੇ ਜਦ ਤੱਕ ਆਪਾਂ ਨੂੰ ਤੱਤ ਪੱਕੇ ਨਾ ਪਤਾ ਲੱਗ ਜਾਣ, ਸਬੂਤ ਪਤਾ ਲੱਗ ਜਾਣ, ਹੈ ਨਾ ਜੀ। ਦੂਸਰਾ ਇਹ ਗੱਲ ਸੀਗੀ ਕਿ ਮੈਂ ਪਹਿਲਾਂ ਫੋਟੋ ਦਿਖਾ ਕੇ ਆਪਣੇ ਆਪ ਨੂੰ ਵੈਰੀਫਾਈ ਕਰਨਾ ਚਾਹੁੰਦੀ ਸੀ ਵੀ ਇਹੀ ਉਹ ਬੰਦਾ ਹੈ, ਕਿਉਂਕਿ ਅਰਸ਼ ਕੋਈ ਵੀ ਹੋ ਸਕਦਾ ਧੂਰੀ, ਬਿਲਕੁਲ, ਕੋਈ ਜ਼ਰੂਰੀ ਨਹੀਂ ਵੀ ਇਹੀ ਅਰਸ਼ ਦੀ ਮੈਂ ਗੱਲ ਕਰ ਰਹੀ ਸੀ, ਵੀ ਅਰਸ਼ ਕੋਈ ਵੀ ਹੋ ਸਕਦਾ। ਮੈਂ ਇਹ ਪੱਕੀ ਮੋਹਰ ਲਵਾਉਣਾ ਚਾਹੁੰਦੀ ਸੀ ਕਿ ਇਹੀ ਅਰਸ਼ ਧੂਰੀ ਹੈ, ਇਹਦੀ ਵੈਰੀਫਿਕੇਸ਼ਨ ਲੈਣਾ ਚਾਹੁੰਦੀ ਸੀ। ਔਰ ਦੂਸਰੇ ਨੰਬਰ 'ਤੇ ਜਿਹੜਾ ਇਹ ਗੱਲ ਹੈਗੀ, ਇਹ 2015 ਦੇ ਵਿੱਚ 1 ਜੂਨ 2015 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ ਜੀ। 2 ਜੂਨ 2015 ਨੂੰ ਇਹ ਬੰਦਿਆਂ 'ਤੇ ਪਰਚਾ ਦਰਜ ਹੁੰਦਾ, FIR ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ 15 ਤੇ 16 ਦੇ ਵਿੱਚ, ਆਪਾਂ ਨੂੰ ਸਭ ਨੂੰ ਪਤਾ ਹੈ। ਮੇਰੇ ਜਿਹੜੇ ਜ਼ਿਹਨ 'ਚ ਅਹਿਮ ਕੁਐਸਚਨ ਉੱਠ ਰਿਹਾ ਹੈਗਾ, ਜਿਹੜਾ ਮੈਂ ਇੰਨਾ ਰੌਲਾ ਪਾ ਰਹੀ ਹਾਂ, ਸਿੱਟ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਸੱਚ ਲੱਗ ਰਿਹਾ ਤਾਂ ਹੀ ਉਹ ਚੁੱਪ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਇਹ ਗੱਲ ਪਤਾ ਹੈ ਵੀ ਮੀਮਸਾ ਸੱਚ ਬੋਲ ਰਹੀ ਹੈ। ਚਰਨਜੀਤ ਬਰਾੜ ਨੂੰ ਵੀ ਪਤਾ ਹੈ ਵੀ ਮੀਮਸਾ ਸੱਚ ਬੋਲ ਰਹੀ ਹੈ। ਉਹ ਕਿਉਂ ਨਹੀਂ ਮੀਡੀਆ 'ਤੇ ਆ ਰਹੇ?
ਕਿਉਂਕਿ ਜਦ ਇੱਕ ਗੁਰੂ ਗੋਬਿੰਦ ਸਿੰਘ ਦੀ ਪੋਸ਼ਾਕ ਉਹ ਡਰਾਮੇਬਾਜ਼ ਬਾਬਾ ਪਹਿਨ ਕੇ ਲੋਕਾਂ 'ਚ ਹੁੰਦਾ ਹੈ ਪੇਸ਼, ਤਾਂ ਇੱਕ ਬੀਬੀ ਇਲਜ਼ਾਮ ਲਾਉਂਦੀ ਹੈ ਸੁਖਬੀਰ ਬਾਦਲ ਨੂੰ ਉਹ ਪੋਸ਼ਾਕ ਬਾਬਾ ਜੀ ਨੂੰ ਪੋਸ਼ਾਕ ਸੁਖਬੀਰ ਬਾਦਲ ਨੇ ਭੇਜੀ ਹੈ ਹੈ ਨਾ। ਉਹ ਨਾਲ ਦੀ ਨਾਲ 24 ਘੰਟੇ ਬਾਅਦ ਲਾਈਵ ਹੋ ਜਾਂਦੇ ਨੇ ਚਰਨਜੀਤ ਬਰਾੜ ਵੀਰ ਜੀ ਹੈ, ਜਿਹੜੇ ਉਹ ਹੈਗੇ ਆਪਣੇ ਸੁਖਬੀਰ ਜੀ, ਹੋਰ ਉਹਨਾਂ ਦੇ ਜਿਹੜੇ ਚੇਲੇ ਚਪਟੇ ਹੈ ਉਹ ਮੀਡੀਆ 'ਤੇ IT ਸੈੱਲ ਦੇ ਰਾਹੀਂ ਫੇਸਬੁੱਕਾਂ 'ਤੇ ਆਪਣੇ ਆਪ ਨੂੰ ਸਾਬਤ ਕਰਦੇ ਆ। ਪਰ ਅੱਜ ਮੈਂ ਇਹ ਪੁੱਛਦੀ ਹਾਂ ਕਿ ਉਲਟਾ ਚੋਰ ਕੋਤਵਾਲ ਨੂੰ ਕਿਉਂ ਡਾਂਟ ਰਿਹਾ? ਮੈਂ ਤਾਂ ਇਲਜ਼ਾਮ ਲਗਾ ਰਹੀ ਹਾਂ, ਕਲੀਅਰ ਤਾਂ ਉਹਨਾਂ ਨੇ ਕਰਨਾ। ਉਹ ਆਨ ਚੈਨਲਾਂ 'ਤੇ ਮੇਰੇ ਤੋਂ ਪੁੱਛਣ, ਜਿਵੇਂ ਉਹ ਬੀਬੀ ਨੂੰ ਪੁੱਛ ਰਹੇ ਸੀਗੇ ਕਿ ਇਹ ਐਡਰੈਸ ਦਾ ਤੂੰ ਦੱਸ ਸਾਨੂੰ ਕਿੱਥੋਂ ਤੈਨੂੰ ਡਿਟੇਲ ਮਿਲੀ, ਮੇਰੇ ਤੋਂ ਪੁੱਛਣੇ ਤੈਨੂੰ ਫੋਟੋਆਂ ਕਿੱਥੋਂ ਮਿਲੀਆਂ, ਤੂੰ ਕੀ ਸੰਬੰਧ ਰੱਖਦੀ ਇਹਨਾਂ ਨਾਲ। ਦੇਖੋ ਇਹ ਉਹਨਾਂ ਦੇ ਆਫਿਸ ਦੀ ਫੋਟੋ ਹੈ। ਮੈਨੂੰ ਕਹਿੰਦੇ ਤੁਸੀਂ ਅੰਦਰ ਕਿਵੇਂ ਚਲੇ ਗਏ ਜੀ, ਉੱਥੇ ਤਾਂ ਬਹੁਤ ਸਖਤਾਈ ਹੈ। ਮੈਂ ਅੰਦਰ ਇਹ ਫੋਟੋ ਉਦੋਂ ਲਈ ਹੈ ਜਦ ਪ੍ਰਧਾਨ ਜੀ ਉੱਥੇ ਨਹੀਂ ਬੈਠੇ ਸੀਗੇ, ਕਿਉਂਕਿ ਉਹਨਾਂ ਦੇ ਅੰਦਰ ਰੂਮ 'ਚ ਮੋਬਾਈਲ ਅਲਾਉ ਨਹੀਂ ਕਰਦੇ। ਮੋਬਾਈਲ ਉਹਨੂੰ ਅਲਾਉ ਕਰਦੇ ਆ ਜਿਹਨੂੰ ਪ੍ਰਧਾਨ ਜੀ ਪਰਮਿਸ਼ਨ ਦਿੰਦੇ ਆ। ਕਈ ਵਾਰ ਤਾਂ ਪ੍ਰਧਾਨ ਜੀ ਫੋਟੋ ਵੀ ਨਹੀਂ ਲੈਣ ਦਿੰਦੇ ਹੁੰਦੇ। ਅਸੀਂ ਪੁਲਿਸ ਸਿਕਿਉਰਿਟੀ ਤੋਂ ਕੈਮਰਾ ਮੰਗਵਾ ਕੇ ਆਪਣਾ ਮੋਬਾਈਲ ਮੰਗਾ ਕੇ ਉਹਨਾਂ ਤੋਂ ਹੀ ਫੋਟੋ ਕਰਾਉਂਦੇ ਸੀ ਜੀ। ਪਰ ਮੈਂ ਇਹ ਫੋਟੋਆਂ ਮੇਰਾ ਸ਼ੌਕ ਸੀਗਾ, ਕਿਉਂਕਿ ਮੈਂ ਇਹ ਦਿਖਾਉਣਾ ਚਾਹੁੰਦੀ ਸੀ ਵੀ ਇਹ ਦਫ਼ਤਰ ਹੈ ਉਹਨਾਂ ਦਾ, ਇਸ ਤਰ੍ਹਾਂ ਪੁਰਾਣੀਆਂ ਯਾਦਾਂ ਰੱਖਦੀ ਹੁੰਦੀ ਹਾਂ ਸਭ। ਜਿਵੇਂ ਅੱਜ ਮੇਰੀ ਕਾਂਗਰਸ ਦੀਆਂ ਫੋਟੋਆਂ ਪੁਰਾਣੀਆਂ ਚੱਕ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਆ ਨਾ, ਤਾਂ ਅਗਰ ਮੈਂ ਇਹ ਵੀ ਟਾਈਮ ਨਾਲ ਜਨਤਕ ਕਰਦੀ ਸ਼ਾਇਦ ਇਹ ਵੀ ਸ਼ੇਅਰ ਹੁੰਦੀਆਂ ਫੋਟੋਆਂ ਜੀ। ਬਿਲਕੁਲ, ਤਾਂ ਮੈਨੂੰ ਬਿਲਕੁਲ ਇਸ ਪੱਖੋਂ ਕੋਈ ਦੁੱਖ ਨਹੀਂ ਵੀ ਸਿੱਟਣੀ ਕੋਈ ਕੰਮ ਕਰੀ ਜਾਂ ਸਰਦਾਰ ਸੁਖਬੀਰ ਬਾਦਲ ਉਹਨਾਂ 'ਤੇ ਦਬਾਅ ਬਣਾ ਰਿਹਾ ਜਾਂ ਮੀਡੀਆ ਨੂੰ ਪੈਸੇ ਦੇ ਕੇ ਮੂੰਹ ਬੰਦ ਕਰਨਾ ਚਾਹੁੰਦਾ ਹੈ। ਮੈਨੂੰ ਕਿਸੇ ਦਾ ਡਰ ਨਹੀਂ। ਮੈਨੂੰ ਗੁਰੂ ਗੋਬਿੰਦ ਸਿੰਘ ਜੀ 'ਤੇ ਪੂਰਾ ਭਰੋਸਾ ਹੈ ਵੀ ਅਗਰ ਉਹਨਾਂ ਨੇ ਮੇਰੀ ਰੂਹ ਦੇ ਵਿੱਚ ਸੱਚਾਈ ਬੋਲਣ ਦੀ ਅੱਜ ਤਾਕਤ ਬਖਸ਼ੀ ਹੈ ਤਾਂ ਸ਼ਾਇਦ ਕਦੀ ਨਾ ਕਦੀ ਆਪਾਂ ਨੂੰ ਹੱਕ ਮਿਲੇਗਾ ਇਸ ਦੇ ਵਾਸਤੇ, ਇਨਸਾਫ। ਲੋਕ ਤਾਂ ਇਹ ਗੱਲ ਕਹਿੰਦੇ ਆ ਵੀ ਕਾਂਗਰਸ ਨਾਲ ਕਾਫੀ ਵੱਡੀ ਡੀਲ ਹੋਈ ਹੈ। ਅਕਾਲੀ ਦਲ ਦੇ ਜਿਹੜੇ ਵੀ ਵਰਕਰ ਨੇ, ਸਰਗਰਮ ਲੋਕ ਜਿਹੜੇ ਫੇਸਬੁੱਕ ਚਲਾਉਂਦੇ ਆ, ਜਾਂ ਇਹ ਗੱਲ ਕਹਿ ਲਈਏ ਪਾਰਟੀ ਆਗੂ ਨੇ ਤੁਹਾਡੇ ਖਿਲਾਫ ਮੋਰਚਾ ਵੀ ਖੋਲ੍ਹਿਆ। ਮਹੇਸ਼ਿੰਦਰ ਸਿੰਘ ਸੀਗੇ ਗਰੇਵਾਲ, ਦਲਜੀਤ ਸਿੰਘ ਚੀਮਾ ਸੀਗੇ, ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਸੰਸਦ ਮੈਂਬਰ ਕਹਿ ਲਈਏ, ਸਾਬਕਾ ਕੈਬਨਿਟ ਮੰਤਰੀ ਕਹਿ ਲਈਏ। ਉਹਨਾਂ ਨੇ ਕਹਿੰਦੇ ਵੀ ਕਾਂਗਰਸ ਨਾਲ ਬਹੁਤ ਵੱਡੀ ਡੀਲ ਹੋਈ ਹੈ ਬੀਬੀ ਦੀ। ਬੀਬੀ ਪਤਾ ਨਹੀਂ ਹੁਣ ਭਦੌੜ ਤੋਂ ਲੜੂ, ਮਹਿਲ ਕਲਾਂ ਤੋਂ ਜਾਂ ਨਾਭੇ ਤੋਂ, ਕੁਛ ਇਹੋ ਜਿਹੀ ਗੱਲ ਹੈ? ਨਹੀਂ, ਵੈਸੇ ਤਾਂ ਨਾ ਦੇਖੋ, ਜਦ ਅਸੀਂ ਤੀਸਰੀ ਮੁਲਾਕਾਤ ਕੀਤੀ ਸੀਗੀ ਜੀ, ਮੈਨੂੰ ਡਰ ਸੀਗਾ, ਕਾਂਗਰਸ ਦੀ ਸਰਕਾਰ ਬਣ ਚੁੱਕੀ ਸੀ ਉਦੋਂ ਜੀ, ਠੀਕ ਹੈ ਜੀ। ਅਤੇ ਜਦ ਮੈਂ ਦਿੱਲੀ ਗਈ, ਮੈਂ ਟਾਈਮ ਲਿਆ 3-4 ਦਿਨ ਦੀ, ਮਤਲਬ ਸਰਕਾਰ ਬਣਨ ਤੋਂ ਬਾਅਦ। ਪ੍ਰਧਾਨ ਜੀ ਉੱਥੇ ਸੀਗੇ ਅਤੇ ਇੱਕ ਸੇਵਾਦਾਰ ਉੱਥੇ ਝਾੜੂ ਲਾਈ ਜਾਂਦਾ ਸੀ, ਖਾਲੀ ਪਿਆ ਸੀ ਉਹਨਾਂ ਦੀ ਰਿਹਾਇਸ਼ ਜੀ। ਅਸੀਂ ਅੰਦਰ ਗਏ ਤਾਂ ਉਹਨਾਂ ਦੀ ਜਿਹੜਾ ਮੇਨ ਰੂਮ ਸੀ, ਜਿਹਦੀ ਮੈਂ ਫੋਟੋ ਤੁਹਾਨੂੰ ਜਨਤਕ ਕਰ ਰਹੀ ਹੈਗੀ ਹਾਂ, ਉਹਦੇ ਵਿੱਚ ਨਾ ਹਰਸ਼ ਧੂਰੀ ਅਤੇ ਜਗਜੀਤ ਸਿੰਘ ਜੀ ਬੈਠੇ ਸੀ ਆਲਰੇਡੀ ਪਹਿਲਾਂ ਹੀ। ਮੈਂ ਵੀ ਅਤੇ ਮੇਰੇ ਹਸਬੈਂਡ ਵੀ ਪਹੁੰਚੇ, ਅਤੇ ਇੱਕ ਮਨ 'ਚ ਪ੍ਰਸ਼ਨ ਹੁੰਦਾ ਹੈ ਵੀ ਸਰਕਾਰ ਤਾਂ ਕਾਂਗਰਸ ਦੀ ਬਣ ਗਈ, ਅਸੀਂ ਦੇ ਖਿਲਾਫ ਚੱਲੇ ਸੀ ਨਾ, ਹੁਣ ਸਾਡੇ ਕੋਲ ਕੋਈ ਪਾਰਟੀ ਦੀ ਮੋਹਰ ਹੈ ਵੀ ਅਸੀਂ ਸਿਆਸਤ ਵੀ ਕਰਨੀ ਹੈ, ਕੋਈ ਤਾਂ ਪਲੇਟਫਾਰਮ ਚਾਹੀਦਾ ਹੋਏਗਾ ਜੀ। ਬਿਲਕੁਲ। ਅਤੇ ਉਸ ਸੰਬੰਧ ਦੇ ਵਿੱਚ ਜਦ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ 12 ਸਫਦਰਜੰਗ ਰੋਡ ਦਿੱਲੀ ਉਹਨਾਂ ਦੀ ਰਿਹਾਇਸ਼ ਵਿਖੇ ਗਏ ਮਿਲਣ, ਤਾਂ ਜਦੋਂ ਉੱਥੇ ਬੈਠੇ ਮੈਂ ਇਹਨਾਂ ਨੂੰ ਦੇਖਿਆ, ਮੈਂ ਇਹਨਾਂ ਨੂੰ ਹਰਸ਼ ਧੂਰੀ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਇਹਨੇ ਮੈਨੂੰ ਉਸ ਦਿਨ ਕੋਈ ਰਿਸਪੌਂਸ ਨਾ ਦਿੱਤਾ, ਕਿਉਂਕਿ ਇਹ ਵੀ ਕਾਫੀ ਘਬਰਾਇਆ ਹੋਇਆ ਸੀਗਾ। ਪ੍ਰਧਾਨ ਜੀ ਇੱਕਦਮ ਐਂਟਰ ਕਰਦੇ ਤੇਜ਼ੀ ਦੇ ਨਾਲ, ਅਤੇ ਇਹ ਖੜ੍ਹੇ ਹੋ ਕੇ ਪ੍ਰਧਾਨ ਜੀ ਦਾ ਹੱਥ ਫੜਦੇ ਅਤੇ ਕਹਿੰਦੇ ਸਾਡਾ ਕੁਝ ਕਰੋ, ਕਾਂਗਰਸ ਦੀ ਸਰਕਾਰ ਬਣ ਗਈ ਹੈ। ਉਹ ਕਹਿੰਦੇ ਤੁਹਾਡਾ ਮੈਂ ਕਰਤਾ, ਤੁਹਾਨੂੰ ਜਲਦੀ ਫੋਨ ਆਏਗਾ ਅਤੇ ਫਿਰ ਆਪਾਂ ਮਿਲਦੇ ਹਾਂ, ਅਤੇ ਇਹ ਵੀ ਆਪਣੀ ਹੀ ਸਰਕਾਰ ਹੈ, ਇਸ ਤਰ੍ਹਾਂ ਕਰਕੇ ਕਿਹਾ ਜੀ ਉਹਨਾਂ ਨੇ। ਅਤੇ ਮੈਂ ਪਿੱਛੇ ਜੇ ਬੈਠੀ ਸੀ, ਮੈਨੂੰ ਦੇਖ ਕੇ ਇੱਕਦਮ ਉਹਨਾਂ ਨੇ ਕਿਹਾ ਮੈਡਮ ਤੁਸੀਂ ਬਾਹਰ ਜਾਓ, ਆਪਾਂ ਬਾਅਦ 'ਚ ਮਿਲਦੇ ਹਾਂ। ਅਸੀਂ ਬਾਹਰ ਆ ਗਏ ਅਤੇ ਕਾਫੀ ਦੇਰ ਉਹਨਾਂ ਦੀ ਡਿਸਕਸ਼ਨ ਹੋਈ। ਉਸ ਤੋਂ ਬਾਅਦ ਮੈਨੂੰ ਬੁਲਾਇਆ ਗਿਆ, ਮੈਨੂੰ ਕਹਿੰਦੇ ਹਾਂਜੀ ਮੈਡਮ ਕਿਵੇਂ ਆਉਣਾ ਹੋਇਆ। ਮੈਂ ਕਿਹਾ ਪ੍ਰਧਾਨ ਜੀ ਜਿਹੜਾ ਕੁਐਸਚਨ ਉਹਨਾਂ ਦਾ ਸੀ ਉਹੀ ਕੁਐਸਚਨ ਮੇਰਾ ਵੀ ਕੁਐਸਚਨ ਹੈਗਾ ਵੀ ਕਾਂਗਰਸ ਦੀ ਸਰਕਾਰ ਹੈ, ਹੁਣ ਮੈਨੂੰ ਦੱਸੋ ਮੈਂ ਕੀ ਕਰਾਂ। ਅਤੇ ਉਹ ਕਹਿੰਦੇ ਤੁਸੀਂ ਵੇਟ ਕਰੋ, ਟਾਈਮ ਆਉਣ 'ਤੇ ਕੋਈ ਹਾਲਾਤ ਦੇਖ ਕੇ ਤੁਹਾਨੂੰ ਅਕਾਲੀ ਦਲ ਆਪਾਂ ਜੁਆਇਨ ਕਰਾਵਾਂਗੇ। ਇਹ ਕਮਿਟਮੈਂਟ ਹੋ ਗਈ ਸੀ ਜੀ, ਅਤੇ ਕਮਿਟਮੈਂਟ ਇਹ ਹੋਈ ਸੀ ਵੀ ਤੂੰ ਕੋਈ ਭਦੌੜ ਤੋਂ ਟਿਕਟ ਨਹੀਂ ਮੰਗੇਂਗੀ। ਚਰਨਜੀਤ ਬਰਾੜ ਇਸ ਚੀਜ਼ ਦਾ ਗਵਾਹ ਹੈਗਾ ਜੀ ਵੀ ਤੂੰ ਭਦੌੜ ਤੋਂ ਟਿਕਟ ਨਹੀਂ ਮੰਗੇਂਗੇ। ਅਸੀਂ ਆਲਰੇਡੀ ਰਾਹੀ ਨੂੰ ਉੱਥੇ ਇੰਚਾਰਜ ਲਾਇਆ ਹੋਇਆ ਅਤੇ ਘੂੰਸ ਬਾਬਾ ਜੀ ਮਹਿਲ ਕਲਾਂ ਤੋਂ ਲੱਗੇ ਹੋਏ ਨੇ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਬਿਨਾਂ ਕਿਸੇ ਸ਼ਰਤ ਤੋਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਹੀ ਹਾਂ, ਅਤੇ ਅਗਰ ਇਹ ਮੇਰੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਚੈਲੰਜ ਦੇ ਨਾਲ ਕਹਿ ਦੇਣ ਜਾਂ ਚਰਨਜੀਤ ਬਰਾੜ ਚੈਲੰਜ ਨਾਲ ਕਹਿ ਦੇਣ ਵੀ ਹਾਂ ਮੀਮ ਸਾਨੂੰ ਕਮਿਟਮੈਂਟ ਕਰੀ ਤੀ ਹੈ, ਉਹਨਾਂ ਨੇ ਮੈਨੂੰ ਕਮਿਟਮੈਂਟ ਕਰੀ ਤੀ ਵੀ ਤੈਨੂੰ ਇਲੈਕਸ਼ਨ ਲੜਾਵਾਂਗੇ, ਤਾਂ ਮੈਂ ਸਮਝਦੀ ਹਾਂ ਵੀ ਮੈਂ ਗੁਨਾਹਗਾਰ ਹਾਂ ਜੋ ਮੈਂ ਅੱਜ ਝੂਠ ਬੋਲ ਰਹੀ ਹਾਂ ਮੀਡੀਆ ਦੇ ਸਾਹਮਣੇ। ਬੇਅਦਬੀ ਕਾਂਡ ਦੇ ਵਿੱਚ ਤੁਸੀਂ ਸਿੱਟ ਦੇ ਸੰਪਰਕ 'ਚ ਆਏ ਜਾਂ ਸਿੱਟ ਨੇ ਤੁਹਾਡੇ ਨਾਲ ਸੰਪਰਕ ਕੀਤਾ, ਜਾਂ ਉਸ ਤੋਂ ਬਾਅਦ ਲਗਾਤਾਰ ਪੁਲਿਸ ਨਾਲ ਤੁਹਾਡਾ ਤਾਲਮੇਲ ਇਸ ਬੇਅਦਬੀ ਕਾਂਡ ਨੂੰ ਸੁਲਝਾਉਣ ਦੇ ਲਈ ਲੱਗਿਆ ਹੋਇਆ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ, ਦੇਸ਼ ਵਸਦੇ ਲੋਕਾਂ ਨੂੰ, ਪੰਜਾਬੀ ਨੂੰ ਕਹੂੰਗੀ
ਇੱਥੇ ਪੰਜਾਬ ਦਾ ਇੰਨਾ ਕੁ ਬੇੜਾ ਗਰਕ ਹੋ ਗਿਆ। ਪਹਿਲਾਂ ਤਾਂ ਸੁਖਬੀਰ ਤੋਂ ਉਮੀਦਾਂ ਰੱਖਦੇ ਸੀ ਆਪਾਂ ਲੋਕ, ਵੋਟਾਂ ਪਾ ਕੇ ਉਹਨਾਂ ਨੂੰ 10 ਸਾਲ ਰਾਜ ਕਰਾਇਆ। ਉਹ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆ ਗਿਆ, ਉਹਨੇ ਵੀ ਉਹਨਾਂ ਨਾਲ ਭਾਈਵਾਲ ਕਰ ਲਈ। ਜੇ ਇਨਸਾਫ ਮਿਲਣਾ ਹੁੰਦਾ ਤਾਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਕਿਉਂ ਲੰਘਾਉਂਦਾ? ਇਹਨਾਂ ਦੀ ਆਪਸ 'ਚ ਰਲੀ ਮਿਲੀ ਸਰਕਾਰ ਸੀ, ਤਾਂ ਹੀ ਤਾਂ ਸੁਖਬੀਰ ਹਿੱਕ ਠੋਕ ਕੇ ਕਹਿੰਦਾ ਸੀ ਆਪਣੀ ਸਰਕਾਰ ਹੈ। ਔਰ ਉਹਦਾ ਖਮਿਆਜਾ ਮੈਂ ਭੁਗਤ ਰਹੀ ਹਾਂ, ਅੱਜ ਮੈਂ ਚੱਲ ਰਹੀ ਹਾਂ, ਕਿਉਂਕਿ ਸਿੱਟ ਦੇ ਮੈਂ ਸੰਪਰਕ 'ਚ ਸਾਲ ਹੋ ਗਿਆ ਆਈ ਨੂੰ। ਲੋਕ ਪੁੱਛਦੇ ਤੁਹਾਨੂੰ ਅੱਜ ਯਾਦ ਆ ਰਹੀ ਹੈ? ਦੇਖੋ, ਜੇ ਮੈਂ ਰੌਲਾ ਪਹਿਲਾਂ ਵੀ ਪਾ ਲੈਂਦੀ, ਉਦੋਂ ਕਰੋਨਾ ਚੱਲ ਰਿਹਾ ਸੀ, ਫਿਰ ਕਿਸਾਨ ਜਥੇਬੰਦੀਆਂ ਧਰਨੇ 'ਤੇ ਬੈਠ ਗਈਆਂ। ਅਗਰ ਮੈਂ ਇੱਕ ਇਸ਼ੂ ਚੁੱਕਦੀ, ਮੈਨੂੰ ਕਿਸਾਨ ਜਥੇਬੰਦੀਆਂ ਦਾ ਇਨਸਾਫ ਜ਼ਿਆਦਾ ਜ਼ਰੂਰੀ ਹੈ, ਜਿਹੜੇ 3 ਕਾਨੂੰਨ ਨੇ ਰੱਦ ਹੋਣੇ ਚਾਹੀਦੇ ਨੇ। ਇਹ ਚੀਜ਼ਾਂ ਤਾਂ ਸਿੱਟ ਦੇ ਸੰਪਰਕ 'ਚ ਸੀ ਮੈਂ, ਸਿੱਟ ਮੇਰੇ ਕੋਲ ਆਪ ਹੀ ਪਹੁੰਚ ਕਰਦਾ। ਦੇਖੋ, ਸਿੱਟ ਨੇ ਮੇਰੇ ਕੋਲ ਪਹੁੰਚ ਨਹੀਂ ਕੀਤੀ, ਕਿਉਂਕਿ ਮੈਂ ਸੋਰਸਾਂ ਰਾਹੀਂ ਉਹਨਾਂ ਕੋਲ ਮੈਸੇਜ ਕਨਵੇ ਕੀਤਾ ਸੀ, ਪਰ ਉਹ ਮੇਰੇ ਤੱਕ ਨਹੀਂ ਪਹੁੰਚੀ। ਫਿਰ ਮੈਨੂੰ ਉਹਨਾਂ ਕੋਲ ਜਾਣਾ ਪਿਆ। ਮੈਂ ਦੁਹਾਈ ਪਾਈ ਕਿ ਦੇਖੋ, ਤੁਸੀਂ ਕਹਿੰਦੇ ਹੋ ਅੱਜ ਪੀਓ ਡਿਕਲੇਅਰ ਕਰ ਰਹੇ ਹੋਗੇ, ਉਹਨੂੰ ਕਿਉਂ ਪੀਓ ਡਿਕਲੇਅਰ ਕਰਦੇ ਹੋ? ਆਪਣੇ ਕੋਲ ਸਰਦਾਰ ਸੁਖਬੀਰ ਸਿੰਘ ਬਾਦਲ ਹੈਗੇ ਆ ਜਾਂ ਜਗਜੀਤ ਸਿੰਘ ਹੈਗੇ ਆ, ਜਿਹੜੇ ਐਡਮੰਡ ਬਲਾਕ ਦੇ ਮੁਖੀ ਹੈ, ਤੁਸੀਂ ਉਹਨਾਂ ਨੂੰ ਬੁਲਾਓ, ਮੇਰੇ ਸਾਹਮਣੇ ਟੇਬਲ ਟਾਕ ਕਰਾਓ। ਮੈਂ ਪੁੱਛੂੰਗੀ ਉਹਨਾਂ ਨੂੰ, ਤੁਸੀਂ ਲੈ ਕੇ ਤਾਂ ਆਉਂਦੇ ਸੀ, ਚਾਹ ਇਕੱਠੇ ਬੈਠ ਕੇ ਪੀਂਦੇ ਸੀ, ਅੱਜ ਉਹ ਬੰਦਾ ਕਿੱਥੇ ਆ? ਕਿਉਂ ਪੀਓ ਡਿਕਲੇਅਰ ਹੋਇਆ? ਇੱਕ ਨਾ ਪ੍ਰੋਸੈਸ ਹੁੰਦਾ ਵੀਰ ਜੀ, ਤੁਹਾਨੂੰ ਵੀ ਪਤਾ ਹੋਏਗਾ ਇਹ ਗੱਲ ਦਾ, ਕਿ ਜਦ ਕੋਰਟ 'ਚ ਕੇਸ ਚੱਲਦਾ ਹੁੰਦਾ ਨਾ, ਉਹ ਕਿਸੇ ਵਿਅਕਤੀ 'ਤੇ ਵੀ ਚੱਲਦਾ ਰਹੇ, ਆਪਾਂ ਉਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ। ਚਾਹੇ ਸਿੱਟ ਦਾ ਮੈਟਰ ਸੀ, ਚਾਹੇ ਪਬਲਿਕ ਲੋਕਾਂ ਦਾ ਇਨਸਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਮੰਗਣਾ ਸੀ। ਜਦੋਂ ਕੋਰਟ ਉਸ ਬੰਦੇ ਨੂੰ ਦੋਸ਼ੀ ਕਰਾਰ ਦੇਵੇ ਜਾਂ ਪੀਓ ਡਿਕਲੇਅਰ ਕਰੇ, ਉਸ ਤੋਂ ਬਾਅਦ ਹੀ ਕੋਈ ਬੰਦਾ ਉਸ 'ਤੇ ਐਕਸ਼ਨ ਲੈ ਸਕਦਾ ਰਿਗਾਰਡਿੰਗ ਉਸ ਕੇਸ ਦੇ। ਕਿਉਂਕਿ ਅਗਰ ਮੈਂ ਪਹਿਲਾਂ ਇਸ 'ਤੇ ਪੈਰਵਾਈ ਕਰਦੀ, ਉਦੋਂ ਲੋਕਾਂ ਨੇ ਇਹ ਸਵਾਲ ਕਰਨਾ ਸੀ ਹਜੇ ਤੱਕ ਕੋਰਟ ਨੇ ਕੋਈ ਫੈਸਲਾ ਨਹੀਂ ਲਿਆ। ਸੁਖਬੀਰ ਨੂੰ ਕੋਈ ਵੀ ਮਿਲ ਸਕਦਾ ਜਾ ਕੇ, ਹੈ ਨਾ ਜੀ। FIR ਹੋਈ ਆ, ਹੋ ਸਕਦਾ ਗਵਾਹੀਆਂ 'ਤੇ ਬਾਹਰ ਆਇਆ ਹੋਵੇ, ਜ਼ਮਾਨਤ 'ਤੇ ਬਾਹਰ ਆਇਆ ਹੋਵੇ, ਹੈ ਨਾ ਜੀ। ਸਮਥਿੰਗ ਕੁਛ ਵੀ ਹੋ ਸਕਦਾ ਸੀ। ਇਸ ਕਰਕੇ ਜਦ ਮੈਂ ਅਖਬਾਰ ਦੇ ਵਿੱਚ ਪੜ੍ਹਿਆ ਕਿ ਪੀਓ ਡਿਕਲੇਅਰ ਹੋ ਗਿਆ, ਇਸ ਦੀ ਪ੍ਰੋਪਰਟੀ ਅਪਲਜ ਕੀਤੀ ਜਾ ਰਹੀ ਹੈ, ਤਾਂ ਮੈਂ ਇਸ 'ਤੇ ਕੁਛ ਸਖਤ ਹੋ ਕੇ ਐਕਸ਼ਨ ਲੈਣਾ ਸ਼ੁਰੂ ਕਰਿਆ ਕਿ ਸੁਖਬੀਰ ਬਾਦਲ ਤਾਂ ਫਿਰ ਰਾਜ ਭਾਲ ਰਿਹਾ ਹੈਗਾ। ਅਗਰ ਉਸਦਾ ਰਾਜ ਆ ਗਿਆ, ਇਹੋ ਜਿਹੇ ਲੋਕਾਂ ਨੂੰ ਫਿਰ ਪਨਾਹ ਦੇਗਾ ਔਰ ਕੁਛ ਨਾ ਕੁਛ ਬੇਅਦਬੀਆਂ ਫਿਰ ਹੋਣਗੀਆਂ, ਘਟਨਾਵਾਂ ਹੋਣਗੀਆਂ, ਤਾਂ ਉਸ ਨੂੰ ਰੋਕਣ ਵਾਸਤੇ ਮੈਂ ਇਹ ਸੱਚ ਦਾ ਅੱਜ ਜਿਹੜਾ ਗੱਲ ਹੈਗੀ ਹੈ ਤੁਹਾਡੇ ਰੱਖ ਰਹੀ ਹਾਂ, ਔਰ ਉਹ ਝੂਠ ਦਾ ਮੁਖੌਟਾ ਜਿਹੜਾ ਸੁਖਬੀਰ 'ਤੇ ਚੜ੍ਹਿਆ ਹੋਇਆ, ਉਹ ਜਨਤਕ ਕਰ ਰਹੀ ਹਾਂ ਜੀ। ਸਿਕਿਉਰਿਟੀ ਤੁਹਾਡੇ ਕੋਲ ਪਹਿਲਾਂ ਕਦੇ ਦੇਖੀ ਨਹੀਂ ਸੀ ਗਈ, ਇਹ ਸਿਕਿਉਰਿਟੀ ਤੁਹਾਡੇ ਇਸ ਐਕਸ਼ਨ ਤੋਂ ਬਾਅਦ ਹੀ ਮਿਲੀ ਹੈ ਤੁਹਾਨੂੰ? ਪਤਾ ਨਹੀਂ, ਦੇਖੋ ਮੇਰੀ ਨਾ 3 ਤਰੀਕ ਨੂੰ TV 'ਤੇ ਚੱਲਦਾ ਹੈ ਕਿ ਕੋਰਟ ਨੇ ਪਰਮਿਸ਼ਨ ਦਿੱਤੀ ਹੈ ਬਾਬੇ ਨੂੰ ਪੁੱਛਗਿੱਛ ਵਾਸਤੇ, ਵੀ ਉਹਨਾਂ ਤੋਂ ਸਵਾਲ ਪੁੱਛਣ ਜਾਏਗੀ ਪੰਜਾਬ ਪੁਲਿਸ। ਹਾਲਾਂਕਿ ਮਿਲੀ ਪਹਿਲਾਂ ਵੀ ਸੀ ਪੰਜਾਬ ਪੁਲਿਸ ਨੂੰ ਪਰਮਿਸ਼ਨ, ਉਦੋਂ ਕਿਸੇ ਕਾਰਨਾਂ 'ਤੇ ਪਤਾ ਨਹੀਂ ਕਿਉਂ ਕੈਪਟਨ ਦੇ ਦਬਾਅ ਹੇਠ ਕਹਿ ਲਓ, ਜਾਂ ਜਿਹੜਾ ਸਿੱਟ ਵਾਲੀ ਟੀਮ ਹੈ ਉਹ ਸੁਖਬੀਰ ਦੇ ਦਬਾਅ ਹੇਠ ਸੀਗੀ, ਨਹੀਂ ਕੀਤੀ ਗਈ। ਤਾਂ ਜਦ ਦੁਬਾਰਾ ਹੁਣ ਨਵੀਂ ਟੀਮ ਬਣੀ ਸੀ, ਇਹਨੂੰ ਕੋਰਟ ਨੇ ਪਰਮਿਸ਼ਨ ਦਿੱਤੀ ਸੀ, ਇਹਨੇ ਜਾਣਾ ਸੀ। ਮੇਰੇ ਮਨ 'ਚ ਕਿਤੇ ਸ਼ੰਕਾ ਸੀ ਵੀ ਸਾਲ ਹੋ ਗਿਆ, ਮੈਂ ਸਾਰਾ ਕੁਝ ਸਿੱਟ ਨੂੰ ਹੈਂਡਓਵਰ ਕੀਤਾ ਹੋਇਆ, ਵੀ ਕੋਈ ਐਕਟੀਵਿਟੀ ਨਹੀਂ ਆ ਰਹੀ ਇਸ ਦੀ ਨਜ਼ਰ। ਮੈਂ ਉਹਨਾਂ ਸੰਬੰਧਿਤ ਵਿਅਕਤੀ ਨੂੰ ਫੋਨ ਕਰਕੇ ਕਿਹਾ ਮੈਨੂੰ DGP ਤੋਂ ਟਾਈਮ ਲੈ ਕੇ ਦਿਓ ਜੀ, ਮੈਂ ਮਿਲਣਾ ਹੈ। ਤਾਂ ਉਹਨਾਂ ਨੇ ਮੈਨੂੰ ਕਿਹਾ ਭੈਣ ਜੀ ਕੀ ਕਾਰਨ ਹੈ? ਮੈਂ ਕਿਹਾ ਜੀ ਵੈਸੇ ਹੀ ਮਿਲਣਾ ਹੈ, ਮੇਰਾ ਉਹ SIT ਦੇ ਪ੍ਰਤੀ ਜਿਹੜਾ ਕੋਈ ਗੱਲਬਾਤ ਹੈ ਮੈਂ ਉਹਨਾਂ ਤੱਕ ਰੱਖਣਾ ਚਾਹੁੰਦੀ ਹਾਂ। ਉਹਨਾਂ ਨੇ ਦੇਖੋ ਮੈਨੂੰ ਹੋਰ ਕੁਝ ਨਹੀਂ ਪੁੱਛਿਆ, ਉਹਨਾਂ ਨੇ ਮੈਨੂੰ ਟਾਈਮ ਲੈ ਕੇ 5 ਜਿਸ ਦਿਨ ਵਿਸ਼ਕਰਮਾ ਡੇ ਸੀਗਾ, ਹੁਣੀ ਦੇ 5 ਤਰੀਕ ਨੂੰ ਮੈਨੂੰ ਟਾਈਮ ਲੈ ਕੇ ਦਿੱਤਾ, ਔਰ ਮੇਰਾ ਸ਼ਾਮ ਨੂੰ ਉਸੇ ਦਿਨ 5 ਵਜੇ ਦੀ ਟਾਈਮ ਮੀਟਿੰਗ ਫਿਕਸ ਹੋ ਗਈ। ਸਹੀ 5 ਵਜੇ ਮੈਂ ਚੰਡੀਗੜ੍ਹ ਪਹੁੰਚ ਗਈ ਸੀ ਕਿਸੇ ਭੋਗ ਤੋਂ ਵਿਹਲੀ ਹੋ ਕੇ ਜੀ। ਜਦ ਮੈਂ ਉੱਥੇ ਗਈ, ਉਹਨਾਂ ਦੀ ਰਿਹਾਇਸ਼ 'ਤੇ ਮੈਨੂੰ ਟਾਈਮ ਦਿੱਤਾ ਸੀ, ਰਿਹਾਇਸ਼ ਦੇ ਸਾਹਮਣੇ ਮੈਂ 8:30 ਵਜੇ ਤੱਕ ਬੈਠੀ ਰਹੀ। ਔਨ ਰਿਕਾਰਡ ਹੈ ਜੀ ਇਹ, ਚਾਹੇ ਮੋਬਾਈਲ ਦੀ ਲੋਕੇਸ਼ਨਾਂ ਕੱਢ ਲਿਓ, ਨਹੀਂ ਚਲੋ, ਹੈ ਨਾ। ਉਸ ਤੋਂ ਬਾਅਦ ਜਦ ਮੈਂ DGP ਨੂੰ ਮਿਲੀ, 82 ਬਟਾਲੀਅਨ ਸੈਕਟਰੀਏਟ ਦੇ ਕੋਲ ਕੋਈ ਮੈਸ ਹੈ, ਆਫਿਸਰ ਮੈਸ ਇਹਨਾਂ ਦੀ ਪੁਲਿਸ ਵਾਲਿਆਂ ਦੀ, ਉੱਥੇ ਬੈਠੇ ਹੋਏ ਸੀ DGP ਸਾਹਿਬ। ਮੈਂ ਉਹਨਾਂ ਨਾਲ ਸਾਰੀ ਡਿਟੇਲ ਸਾਂਝੀ ਕੀਤੀ ਜੋ ਤੁਹਾਡੇ ਨਾਲ ਕੀਤੀ। ਮੈਂ ਕਿਹਾ ਜੀ ਤੁਸੀਂ ਬਾਬਾ ਜੀ ਨੂੰ ਪੁੱਛਗਿੱਛ ਕਰਨ ਜਾ ਰਹੇ ਹੋ, ਵੀ ਆਹ ਫੋਟੋਆਂ 2 ਲੈ ਜਾਓ, ਉਹਨਾਂ ਨੂੰ ਇੱਕ ਗੱਲ ਪੁੱਛਿਓ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਕੀ ਕਰਨ ਜਾਂਦੇ ਸੀ ਬੰਦੇ ਜੀ, ਠੀਕ ਹੈ ਜੀ। ਜੇ ਉਹ ਨਹੀਂ, ਬਾਬਾ ਨਹੀਂ ਤੁਹਾਨੂੰ ਕੋਈ ਗੱਲ ਦੱਸਦਾ, ਫਿਰ ਜਗਜੀਤ ਸਿੰਘ ਨੂੰ ਬਾਬੇ ਜੀ ਕੋਲ ਲਿਜਾ ਕੇ ਪੁੱਛੋ ਵੀ ਜਗਜੀਤ ਸਿੰਘ ਤੇਰੀ ਕੀ ਜ਼ਿੰਮੇਵਾਰੀ ਪਾਈ ਤੂੰ ਹਰਸ਼ਤੂਰੀ ਨੂੰ ਹਮੇਸ਼ਾ ਸੁਖਬੀਰ ਕੋਲ ਲੈ ਕੇ ਜਾਂਦਾ ਰਿਹਾ ਜੀ, ਠੀਕ ਹੈ। ਅਤੇ ਇਹ ਮਨ ਦੇ ਵਿੱਚ ਜਿਹੜੇ ਕੁਐਸਚਨ ਸੀ, ਇਹਦੇ ਸੰਬੰਧ 'ਚ ਮੈਂ DGP ਨੂੰ ਮਿਲੀ ਸੀ। ਉਸ ਤੋਂ ਬਾਅਦ DGP ਨੇ ਕਿਹਾ ਤੁਹਾਨੂੰ SIT ਸੰਪਰਕ ਕਰੇਗੀ। ਜਦ ਮੈਨੂੰ SIT ਨੇ ਫੋਨ ਕੀਤਾ, ਕਿਉਂਕਿ 8 ਨੂੰ ਫਰੀਦਕੋਟ ਕੋਰਟ 'ਚ ਤਰੀਕ ਸੀ ਇਹਨਾਂ ਦੀ, ਠੀਕ ਹੈ। ਉਹਦੇ ਵਿੱਚ ਜਦ ਮੈਨੂੰ CI ਸਟਾਫ ਨੇ ਸੰਪਰਕ ਕੀਤਾ, ਤਾਂ ਉਹ CI ਸਟਾਫ ਦੇ ਇੱਕ ਬੰਦੇ ਨੇ ਮੈਨੂੰ ਫੋਨ ਕਰਕੇ ਪੁੱਛਿਆ ਭੈਣ ਜੀ ਤੁਸੀਂ ਕਿਸ ਰਿਗਾਰਡਿੰਗ ਮਤਲਬ ਆਉਣਾ ਚਾਹੁੰਦੇ ਹੋ ਮੇਰੇ ਕੋਲ? ਤਾਂ ਮੈਂ ਕਿਹਾ ਜੀ ਗੱਲ ਇਹ ਹੈਗੀ ਵੀ ਮੇਰੇ ਕੋਲ ਨਾ ਸੰਬੰਧਿਤ ਜਾਣਕਾਰੀ ਹੈਗੀ। ਮੈਂ ਸ਼ੁਰੂ ਇੱਥੋਂ ਕਰਤੀ, ਹਰਸ਼ ਧੂਰੀ ਹੈ ਨਾ ਜੀ, ਉਹਨੂੰ ਮੈਂ ਜਾਣਦੀ ਹਾਂ, ਅਤੇ ਉਹਨੂੰ ਮੈਂ 3-4 ਵਾਰ ਬਾਦਲ ਨਾਲ ਦੇਖਿਆ, ਅਤੇ ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ। ਉਹਨੇ ਕੀ ਕਲਿੱਪ ਲੈ ਕੇ ਉਸ ਬੰਦੇ ਨੇ ਸੁਖਬੀਰ ਤੱਕ ਲੀਕ ਕਰਤੀ। ਉਸ ਤੋਂ ਬਾਅਦ
ਮੇਰੇ ਪਰਿਵਾਰ ਤੇ ਮੈਂ ਭੋਗਿਆ ਇਹ ਗੱਲ। ਇਹ ਸਮਾਜ ਦੇ ਲੋਕ ਤਾਂ ਕਮੈਂਟਾਂ ਕਰੀ ਜਾਂਦੇ ਨੇ, ਤੁਸੀਂ ਪੈਸੇ ਲੈ ਰਹੇ ਹੋ, ਤੁਸੀਂ ਇਹ ਲੈ ਰਹੇ ਹੋ। ਜੇ ਦੇਖੋ ਕਾਂਗਰਸ ਪਾਰਟੀ ਤੋਂ ਮੈਂ ਪੈਸੇ ਲੈਣੇ ਹੁੰਦੇ, ਮੈਂ ਪਾਗਲ ਥੋੜ੍ਹੀ, ਉਹਨਾਂ ਦੀ ਸਰਕਾਰ ਤੀ, ਫਿਰ ਮੈਂ ਘਰ ਵਾਪਸੀ ਕਰ ਜਾਂਦੀ, ਉਹਨਾਂ ਤੋਂ ਪਾਵਰਾਂ ਲੈਂਦੀ। ਦੂਸਰਾ, ਸ਼੍ਰੋਮਣੀ ਅਕਾਲੀ ਦਲ ਨੂੰ ਭਰੋਸਾ ਹੈ ਕਿ ਸਰਕਾਰ ਅਕਾਲੀ ਦਲ ਦੀ ਅਕਾਲੀ ਦਲ ਨੂੰ ਭਰੋਸਾ ਹੈ ਕਿ ਸਰਕਾਰ ਅਕਾਲੀ ਦਲ ਦੀ ਬਣਨੀ ਹੈ। ਔਰ ਮੈਂ ਉਸ ਪਰਿਵਾਰ ਨੇ ਨਾਲ ਇੰਨੀ ਨੇੜੇ ਸੀ, ਮੈਨੂੰ ਬੀਬਾ ਜੀ ਨੇ ਕਮਿਟਮੈਂਟ ਕਰਤੀ ਸੀ ਕਿ ਸਰਕਾਰ ਬਣਨ 'ਤੇ ਤੁਹਾਨੂੰ ਵਧੀਆ ਜ਼ਿੰਮੇਵਾਰੀ ਦਿੱਤੀ ਜਾਏਗੀ। ਅਤੇ ਦੇਖੋ, ਜਦ ਇੱਕ ਵਾਰ ਇੱਕ ਲੀਡਰ ਨਾਲ ਟੇਬਲ ਟਾਕ ਹੋ ਜਾਂਦੀ ਹੈ, ਆਪਾਂ ਕਦੇ ਉਸ ਲੀਡਰ ਦੇ ਖਿਲਾਫ ਨਹੀਂ ਜਾਂਦੇ, ਕਿਉਂਕਿ ਆਪਾਂ ਨੂੰ ਉਹ 'ਤੇ ਭਰੋਸਾ ਹੁੰਦਾ, ਉਹਨੂੰ ਸਾਡੇ ਭਰੋਸਾ ਹੁੰਦਾ ਜੀ। ਤਾਂ ਉਸ ਕਰਕੇ ਮੈਂ ਇਸ ਨੂੰ ਇੱਕ ਇਹ ਸਿਆਸੀ ਸਟੰਟ ਹੀ ਦੇ ਰਹੀ ਹਾਂ ਵੀ ਟਿਕਟਾਂ ਦੀ ਕੋਈ ਗੱਲ ਹੈ। ਜੇ ਸੌਦਾ ਕਰਨਾ ਹੈ ਤਾਂ ਅਕਾਲੀ ਦਲ ਮੇਰੇ ਨਾਲ ਸੌਦਾ ਕਰ ਰਹੀ ਹੈ ਹੁਣ, ਕਿਉਂਕਿ ਉਹਨਾਂ ਨੇ ਚਰਨਜੀਤ ਬਰਾੜ ਵਰਗੇ ਹੋਰ 2900 ਵਰਕਰ ਮੇਰੇ ਘਰ ਭੇਜੇ, ਲੀਡਰ ਭੇਜੇ, ਤਾਂ ਕਿ ਮੀਮਸਾ ਦੇ ਬੇਟੇ ਨੂੰ ਪ੍ਰੈਸ਼ਰਾਈਜ਼ ਕੀਤਾ। ਮੈਂ ਤਾਂ ਬਾਹਰ ਸੀ ਘਰ ਤੋਂ, ਤੇ ਬੇਟੇ ਨੂੰ ਉਹ ਆਪਾਂ ਗੱਲ ਕਰਾਂਗੇ। ਪਹਿਲਾਂ ਮੈਨੂੰ ਇਹ ਦੱਸੋ ਵੀ ਸੁਖਬੀਰ ਸਿੰਘ ਬਾਦਲ ਦਾ ਇਸ ਮਾਮਲੇ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਹੋਈ, ਪਰ ਉਹਨਾਂ ਦੇ ਵਿਅਕਤੀਆਂ ਦੀ ਸੋਸ਼ਲ ਮੀਡੀਆ ਦੇ ਉੱਪਰ ਤੇ ਹੋਰ ਬਹੁਤ ਸਾਧਨਾਂ ਦੇ ਰਾਹੀਂ ਪ੍ਰਤੀਕਿਰਿਆਵਾਂ ਤੁਹਾਡੇ ਖਿਲਾਫ ਹੋ ਰਹੀਆਂ ਨੇ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਤੱਕ ਕੋਈ ਪਹੁੰਚ ਕੀਤੀ? ਗੱਲ ਸੀਗੀ, ਦੇਖੋ ਮੈਂ ਸਮਝਦੀ ਹਾਂ ਪਾਰਟੀ ਦਾ ਕੋਈ ਬੰਦਾ ਗੱਦਾਰ ਹੋ ਸਕਦਾ ਹੈਗਾ, ਪਰ ਕੌਮ ਦਾ ਗੱਦਾਰ ਮੈਂ ਨਹੀਂ ਕਹਾਉਣਾ ਚਾਹੁੰਦੀ। ਠੀਕ ਹੈ, ਅੱਜ ਸੋਸ਼ਲ ਮੀਡੀਆ ਤੇ ਮੈਨੂੰ ਕਹੀ ਜਾ ਰਹੇ ਮੀਮਸਾ ਗੱਦਾਰ ਹੈ ਜਾਂ ਮੀਮਸਾ ਚੰਦ ਪੈਸਿਆਂ ਵਾਸਤੇ ਵਿਕ ਗਈ ਹੈ, ਝੂਠੀ ਗਵਾਹੀ ਦੇ ਰਹੀ ਹੈ। ਇਹ ਤਾਂ ਗੁਰੂ ਮਹਾਰਾਜ ਨੇ ਫੈਸਲਾ ਕਰਨਾ ਹੈ। ਜਿਵੇਂ ਮੈਨੂੰ ਤਾਕਤ ਤੇ ਸਮਰਥ ਬੁੱਧੀ ਬਖਸ਼ੀ ਹੈ ਨਾ, ਤਾਂ ਉਹਨਾਂ ਨੂੰ ਵੀ ਕਦੀ ਨਾ ਕਦੀ ਸੱਚ ਸਾਹਮਣੇ ਆ ਜਾਏਗਾ। ਜੋ ਅੱਜ ਮੀਮਸਾ ਰੋ ਰਹੀ ਹੈ, ਪਿੱਟ ਰਹੀ ਹੈ, ਹੁਣ ਪਹੁੰਚ ਬਹੁਤ ਲੋਕਾਂ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਨੇ। ਚਰਨਜੀਤ ਬਰਾੜ ਮੈਂ ਇਸ ਕਰਕੇ ਨਾਮ ਲੈ ਰਹੀ ਹਾਂ ਕਿਉਂਕਿ ਉਹ ਹਰ 2 ਮਿੰਟ ਬਾਅਦ ਚੈਨਲਾਂ 'ਤੇ ਲਾਈਵ ਹੋ ਜਾਂਦਾ ਹੈ ਕਿਸੇ ਵੀ ਇਸ਼ੂ 'ਤੇ, ਹੈ ਨਾ। ਉਸ ਦਿਨ ਆ ਕੇ ਬੇਟੇ ਨੂੰ ਕਹਿ ਕੇ ਗਿਆ, ਬੇਟੇ ਤੂੰ ਸੋਸ਼ਲ ਮੀਡੀਆ ਤਾਂ ਦੇਖਦਾ ਹੁੰਦਾ, ਤੈਨੂੰ ਪਤਾ ਕੀ ਕੁਛ ਹੋ ਰਿਹਾ। ਦੂਸਰਾ ਉਹਨੇ ਕਿਹਾ ਕਿ ਮੈਂ ਤੈਨੂੰ ਵੀ ਵੇਖ ਲਿਆ, ਤੇਰੇ ਘਰ ਨੂੰ ਵੀ ਵੇਖ ਲਿਆ, ਅਤੇ ਲੋਕੇਸ਼ਨ ਵੀ ਵੇਖ ਲਈ। ਦੂਸਰਾ ਆਪਸ਼ਨ ਕਹਿੰਦੇ ਇਹ ਹੈਗਾ, ਤੇਰੀ ਮੰਮੀ ਜਿਹੜੀ ਗਵਾਹੀ ਦੇਣਾ ਚਾਹੁੰਦੀ ਹੈ, ਸਪੈਸ਼ਲੀ ਨਾਮ ਲਿਆ ਜੀ ਉਹਨੇ, ਗਵਾਹੀ ਦੇਣਾ ਚਾਹੁੰਦੀ ਹੈ ਤੇਰੀ ਮੰਮੀ ਜਿਹੜੀ, ਉਹਨੂੰ ਕਹਿ ਚੁੱਪ ਕਰ ਜੇ, ਉਹਨੂੰ ਟਿਕਟ ਅਤੇ ਪਾਰਟੀ ਫੰਡ ਔਰ ਇੰਨਾ ਕੁ ਦੇਵਾਂਗੇ ਕਿ 7 ਪੀੜ੍ਹੀਆਂ ਬੈਠ ਕੇ ਖਾਣਗੀਆਂ, ਔਰ ਪਾਰਟੀ ਫੰਡ ਪਲੱਸ ਇੱਕ ਬੱਚੇ ਨੂੰ ਅਸੀਂ ਨੌਕਰੀ 'ਚ ਐਡਜਸਟ ਕਰਾਵਾਂਗੇ, ਵੀ ਸਾਡੀ ਸਰਕਾਰ ਬਣ ਲੈਂਦੇ, ਵੀ ਰੋੜਾ ਨਾ ਬਣੇ। ਤਾਂ ਇਟ ਮੀਨਸ ਉਹਨਾਂ ਨੂੰ ਪਤਾ ਸੀਗਾ ਵੀ ਜੇ ਮੀਮਸਾ ਗੱਲ ਕਰ ਰਹੀ ਹੈ ਤਾਂ ਸੱਚਾਈ ਦੀ ਕਰੀਏ। ਅਗਰ ਮੈਂ ਝੂਠ ਹੁੰਦੀ ਉਹਨਾਂ ਨੂੰ ਤਾਂ ਮੇਰੇ ਤੱਕ ਪਹੁੰਚਣਾ ਨਹੀਂ ਸੀ। ਅਤੇ ਅੱਜ ਮੀਡੀਆ 'ਚ ਡਿਸਕਸ਼ਨਾਂ ਹੋ ਰਹੀਆਂ ਹੁੰਦੀਆਂ ਮੇਰੇ ਪ੍ਰਤੀ ਵੀ ਮੈਂ ਝੂਠ ਬੋਲ ਰਹੀ ਹਾਂ। ਤੁਸੀਂ ਇਸ ਧਮਕੀਆਂ ਨੂੰ, ਇਸ ਲਾਲਚਾਂ ਨੂੰ ਕੋਈ ਇਸ ਅਗੇਂਸਟ ਸ਼ਿਕਾਇਤ ਦਰਜ ਕਰਵਾਈ ਹੈ? ਨਹੀਂ, ਦੇਖੋ ਮੈਂ ਹਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ। ਇਹ ਤਾਂ ਮੈਂ ਇਸ ਕਰਕੇ ਪਬਲਿਕਲੀ ਹੋਈਆਂ, ਅਖਬਾਰਾਂ 'ਚ ਵੀ ਸੁਰਖੀਆਂ 'ਚ ਇਹ ਵਿਸ਼ਾ ਬਣਿਆ ਹੈਗਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਇਕੱਲੀ ਮੀਮਸਾ ਨਹੀਂ, ਪੰਜਾਬ ਦੀ ਆਵਾਮ ਮੰਗ ਰਹੀ ਹੈ ਨਾ। ਅਤੇ ਜਿੱਥੇ ਪਾਰਟੀਆਂ ਦੇ ਸੀਨੀਅਰ ਲੀਡਰਸ਼ਿਪ ਦੀ ਗੱਲ ਆ ਜਾਂਦੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੀ, ਇਸ ਕਰਕੇ ਆਪਣੇ ਅੱਜ ਉਹ ਨਿਸ਼ਾਨੇ 'ਤੇ ਹੈਗੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਹਰ ਮੀਟਿੰਗ 'ਚ ਹੱਥ ਜੋੜ ਕੇ ਕਹਿ ਦਿੰਦੇ ਇਹ ਅਸੀਂ ਮਾਫੀ ਮੰਗਦੇ ਹਾਂ, ਸਾਡੀ ਸਰਕਾਰ ਦੇ ਵਿੱਚ ਹੋਇਆ। ਅਰੇ ਗੁਨਾਹਗਾਰ ਨੂੰ ਵੀ ਤਾਂ ਪਨਾਹ ਤੁਸੀਂ ਦੇਈ ਬੈਠੇ ਹੋ, ਉਹਨਾਂ ਨੂੰ ਜਨਤਕ ਕਰੋ ਜੀ। ਮੇਰਾ ਕੁਐਸਚਨ ਹੈ, ਮੈਂ ਜਿਹੜਾ ਜਵਾਬ ਮੰਗ ਰਹੀ ਹਾਂ ਆਵਾਮ ਦੇ ਸਾਹਮਣੇ ਨੰਗੀ ਚਿੱਟੀ ਇਸ ਕਰਕੇ ਹੋਈ ਹਾਂ ਕਿਉਂਕਿ ਇਹਨਾਂ ਨੇ ਜਦ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਦੇਖੋ ਬੱਚੇ ਸਭ ਨੂੰ ਪਿਆਰੇ ਹੁੰਦੇ ਆ, ਬਟ ਮੈਂ ਇੱਥੇ ਬੱਚਿਆਂ ਦੀ ਗੱਲ ਨਹੀਂ ਕਰ ਰਹੀ। ਮੈਨੂੰ ਇਹ ਡਰ ਸੀਗਾ ਵੀ ਕਿਤੇ ਜਿਹੜਾ ਸੱਚ ਹੈ ਮੈਨੂੰ ਕਿਤੇ ਨਾ ਕਿਤੇ ਦਬਾ ਕੇ ਦੁਨੀਆ ਤੋਂ ਨਾ ਜਾਣਾ ਪਵੇ। ਮਰਨਾ ਸਭ ਨੇ ਇੱਕ ਦਿਨ, ਓਬਵੀਅਸਲੀ ਮੈਂ ਵੀ ਮਰਨਾ ਹੈ। ਮੇਰੇ ਮਨ 'ਤੇ ਬੋਝ ਨਾ ਚਲੇ ਕਿ ਮੈਂ ਸੱਚ ਜਾਣਦੀ ਸੀ ਪਰ ਮੈਂ ਜਨਤਕ ਨਹੀਂ ਕਰ ਸਕੀ। ਪਰ ਮੈਂ ਸਿੱਟ ਦਾ ਅੰਦਰ ਖਾਤੇ ਇਸ ਲਈ ਸਮਰਥਨ ਦੇ ਰਹੀ ਸੀ ਕਿ ਇਹ ਚੀਜ਼ ਨੂੰ ਆਪਾਂ ਸਿਆਸੀ ਰੰਗਤ ਨਹੀਂ ਦੇਣਾ ਚਾਹੁੰਦੇ ਸੀ, ਜਿਹੜੀ ਹੁਣ ਅੱਜ ਰੰਗਤ ਦੇ ਚੁੱਕੇ ਨੇ। ਹੁਣ ਸਿਕਿਉਰਿਟੀ ਮੈਂ ਨਹੀਂ ਲੈਣਾ ਚਾਹੁੰਦੀ ਸੀ, ਪਰ ਜਦ 1:30 ਵਜੇ ਮੈਂ ਸੜਕਾਂ 'ਤੇ ਘੁੰਮ ਰਹੀ ਸੀ ਨਾ ਗੱਡੀ 'ਚ ਬੱਚੇ ਨੂੰ ਚੱਕ ਕੇ, ਤਾਂ ਉਹ ਟਾਈਮ ਮੈਂ ਹੀ ਜਾਣਦੀ ਹਾਂ। ਕੋਈ ਆਮ ਪਰਿਵਾਰ ਦੀ ਲੇਡੀਜ਼ ਨਹੀਂ ਇਹ ਗੱਲਾਂ ਕਹਿ ਸਕਦੀ ਕਿਉਂਕਿ ਜਿਹਨੇ ਸੰਤਾਪ ਭੋਗਿਆ ਹੁੰਦਾ ਜਾਂ ਜਿਨ੍ਹਾਂ ਦੇ ਪਰਿਵਾਰਾਂ 'ਤੇ ਬੀਤਦੀਆਂ ਨੇ। ਕਿਉਂਕਿ ਮਜੀਠੀਆ, ਸੁਖਬੀਰ ਬਾਦਲ, ਮੈਂ ਕਿਸੇ ਦਾ ਬਲੇਮ ਨਹੀਂ ਲਾਉਂਦੀ, ਸਿਆਸੀ ਲੀਡਰ ਕੁਝ ਵੀ ਕਰਾ ਸਕਦੇ ਨੇ, ਲੋਕ ਇਹ ਕਹਿੰਦੇ ਨੇ, ਹੈ ਨਾ। ਮੈਂ ਕਿਸੇ ਨੂੰ ਇਸ ਦੇ ਵਿੱਚ ਇਨਵੋਲਵ ਨਹੀਂ ਕਰਨਾ ਚਾਹੁੰਦੀ, ਪਰ ਜਦ ਬੱਚੇ ਦੀ ਭਾਵਨਾ ਡਰਦੀ ਹੋਵੇ ਤਾਂ ਮਾਂ ਉਹਨੂੰ ਸਿਕਿਉਰ ਜ਼ਰੂਰ ਕਰਦੀ ਹੈ। ਪਰ ਮੈਂ ਇੱਥੇ ਗੱਲ ਇਹ ਵੀ ਕਹੂੰਗੀ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਮੈਨੂੰ ਪਿਆਰ ਬਖਸ਼ੋ। ਮੈਨੂੰ ਇਹ ਵੀ ਪਤਾ ਸੋਸ਼ਲ ਮੀਡੀਆ ਰਾਹੀਂ ਅੱਜ ਫਿਰ ਇੱਕ ਭਰਾ ਮੇਰੇ ਨਾਲ ਮੇਰੀ ਗੱਲ ਲੋਕ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਘਰ ਪਹੁੰਚੇ ਨੇ, ਤਾਂ ਮੈਨੂੰ ਇੰਨਾ ਵੀ ਭਰੋਸਾ ਹੈ ਵੀ ਸੱਚੇ ਜਿਹੜੀ ਚੀਜ਼ ਹੈ ਉਹ ਟਾਈਮ ਜ਼ਰੂਰ ਲਏਗੀ ਪਰ ਜਿੱਤਾਂਗੇ ਜ਼ਰੂਰ। ਆਪਾਂ ਨੂੰ ਇਨਸਾਫ ਮਿਲੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ। ਔਰ ਉਹਨਾਂ ਨੇ ਤਾਂ ਆਪਣਾ ਪਰਿਵਾਰ ਵਾਰਤਾ ਸੀਗਾ। ਜੇ ਮੀਮਸਾ ਦਾ ਇੱਕ ਪਰਿਵਾਰ ਉਸ ਦੇ ਕੰਮ ਆ ਜਾਂਦਾ ਹੈ, ਉਸਦੇ ਇਨਸਾਫ ਦੇ ਵਿੱਚ ਆਪਣੀ ਜਾਨ ਦੇ ਦਿੰਦਾ ਹੈ, ਮੈਂ ਸਮਝਦੀ ਹਾਂ ਅਸੀਂ ਸ਼ਹੀਦੀਆਂ ਪਾਲਾਂਗੇ ਤਾਂ ਇਹ ਵਿਅਰਥ ਨਹੀਂ ਜਾਣਗੀਆਂ। ਤੁਸੀਂ ਜ਼ਰੂਰ ਇਹਦੀ ਆਵਾਜ਼ ਚੁੱਕ ਕੇ ਇਨਸਾਫ ਵਾਸਤੇ ਲੜਾਈ ਲੜੋਗੇ। ਬੇਅਦਬੀ ਦਾ ਮਾਮਲਾ ਉਠਾਉਣ ਤੋਂ ਬਾਅਦ ਸਹੀ ਦੱਸਿਓ, ਇੱਕ ਮਨ 'ਤੇ ਬੋਝ ਹੋ ਜਾਂਦਾ ਹੈ
ਵੀ ਇੰਨੀ ਵੱਡੀ ਧਿਰ ਨਾਲ ਮੱਥਾ ਲਾ ਲਿਆ, ਚੂਹੇ ਨੇ ਪਹਾੜ ਨਾਲ ਮੱਥਾ ਲਾਇਆ। ਇਹ ਬੋਝ ਹੈ। ਇੱਕ ਹੁੰਦਾ ਸਕੂਨ, ਹੁੰਦਾ ਕਿਸੇ ਮਨ ਦਾ ਵੱਡਾ ਵੀ ਉਤਰ ਗਿਆ ਮੈਂ। ਇਹ ਕੀ ਮਹਿਸੂਸ ਕਰਦੇ ਹੋ? ਸਕੂਨ ਮਹਿਸੂਸ ਕਰਦੇ ਹੋ ਕਿ ਬੋਝ ਮਹਿਸੂਸ ਕਰਦੇ ਹੋ? ਬਹੁਤ ਮਤਲਬ ਕਿ ਇਹੋ ਜਿਹਾ ਸਵਾਲ ਪੁੱਛੇ ਨਾ, 1 ਸਾਲ ਤੋਂ ਮੈਂ ਸੋ ਕੇ ਨਹੀਂ ਦੇਖਿਆ ਰਾਤ ਨੂੰ। ਜੀ। ਠੀਕ ਹੈ, ਮੈਂ ਅੱਜ ਵੀ ਪ੍ਰੂਫ ਕਰ ਸਕਦੀ ਹਾਂ ਕਿ ਮੈਂ ਨੀਂਦ ਦੀ ਗੋਲੀ ਲੈ ਕੇ ਪੈਂਦੀ ਸੀ ਜੀ। ਤੇ ਇੱਕ ਬੇਚੈਨੀ ਜਿਹੀ ਲੱਗੀ ਰਹਿੰਦੀ ਸੀ। ਹਾਂ। ਜਿਸ ਦਿਨ ਮੈਂ ਇਹ ਗੱਲ ਜਨਤਕ ਕੀਤੀ ਤਾਂ ਮੈਨੂੰ ਲੱਗਿਆ ਕਿ ਸਾਰੀ ਦੁਨੀਆ, ਸਾਰੀ ਕਾਇਨਾਤ ਅੱਜ ਮੇਰੇ ਨਾਲ ਹੈ। ਜੀ। ਮੈਨੂੰ ਇੱਕ ਅਜੀਬ ਜੀ ਮਤਲਬ ਕਿ ਐ ਨਹੀਂ ਹੁੰਦਾ, ਠੰਡਕ ਜੀ ਮਿਲ ਗਈ ਵੀ ਮੇਰਾ ਆ ਵੀ ਭਰਾ ਹੈ, ਮੇਰਾ ਆ ਵੀ ਭਰਾ ਹੈ, ਮੇਰੀ ਭੈਣ ਹੈ। ਠੀਕ ਹੈ, ਸੋਸ਼ਲ ਮੀਡੀਆ 'ਤੇ ਉਹਨਾਂ ਦੇ ਚਮਚੇ ਚੇਲੇ ਜਿਹੜਾ ਵੀ ਕੁਝ ਪਾਣ, ਉਹ ਗੁਰੂ ਗ੍ਰੰਥ ਸਾਹਿਬ ਨੂੰ ਪਾ ਰਹੇ ਨੇ, ਮੈਨੂੰ ਨਹੀਂ ਪਾ ਰਹੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੈ, ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਹੈ ਕਿ ਮੀਮਸਾ ਅਗਰ ਅੱਜ ਲੜਾਈ ਲੜ ਰਹੀ ਹੈ, ਇਹ ਤਾਂ ਕਿਤੇ ਨਾ ਕਿਤੇ ਸਿਆਸਤ ਤੋਂ ਉੱਪਰ ਉੱਠ ਕੇ ਪਲੇਟਫਾਰਮ 'ਤੇ ਆ ਰਹੀ ਹੈ। ਦੇਖੋ, ਮੇਰੀ ਰੂਹ ਨੂੰ ਜਗਾਇਆ ਮੈਂ ਤਾਂ ਉਦੋਂ ਹੀ ਬੋਲਣਾ ਸੀ ਨਾ ਜਦ ਗੁਰੂ ਮਹਾਰਾਜ ਦੇ ਹੁਕਮ ਆਇਆ। ਕਿਉਂਕਿ ਸਾਹ ਲੈ ਰਹੇ ਹਾਂ, ਉਹਨਾਂ ਦਾ ਦਿੱਤਾ ਲੈ ਰਹੇ ਹਾਂ। ਜੇ ਉਹਨਾਂ ਦਾ ਹੁਕਮ ਹੀ ਨਹੀਂ ਤਾਂ ਸਾਹ ਵੀ ਬੰਦ। ਜੀ। ਫਿਰ ਮੇਰੀ ਕੀ ਹਸਤੀ ਸੀ ਵੀ ਮੈਂ ਆਹ ਚੀਜ਼ਾਂ ਜਨਤਕ ਉਦੋਂ ਕਰਦੀ ਜਦ ਮੇਰਾ ਦਿਲ ਹੁੰਦਾ। ਵਾਹਿਗੁਰੂ ਦੀ ਜਦ ਮਰਜ਼ੀ ਹੁੰਦੀ, ਹੋਣਾ ਤਾਂ ਉਹਦੀ ਸੀ ਜੀ। ਕੀ ਹੋਊਗਾ? ਲਾਸਟ ਸਵਾਲ ਹੈ, ਕੀ ਹੋਊਗਾ ਅਗਲਾ ਕਦਮ? ਦੇਖੋ, ਸਿੱਟ ਪਹੁੰਚ ਕਰੇ ਨਾ ਕਰੇ, ਸਰਕਾਰਾਂ ਇਹਦੇ ਵਾਸਤੇ ਲੜਾਈ ਲੜਨ ਨਾ ਲੜਨ, ਪਰ ਮੈਨੂੰ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ 'ਤੇ ਪੂਰਾ ਭਰੋਸਾ, ਸੱਚੇ ਪਾਤਸ਼ਾਹ 'ਤੇ। ਤੂੰ ਮੈਨੂੰ ਜੇ ਜ਼ਰੀਆ ਬਣਾਇਆ ਤਾਂ ਮੈਂ ਜਾਨ ਚਲੀ ਜਾਏਗੀ, ਮੈਂ ਐਂਡ ਤੱਕ ਇਨਸਾਫ ਲੋਕਾਂ ਨੂੰ ਦਿਵਾ ਕੇ ਹੀ ਰਹੂੰਗੀ। ਜਿੱਥੇ ਵੀ ਮੈਨੂੰ ਕਹਿਣਗੇ ਮੈਂ ਹਰ ਜਗ੍ਹਾ ਪਹੁੰਚ ਕੇ ਇਸ ਦੀ ਲੜਾਈ ਲੜੂੰਗੀ। ਮੈਂ ਇਸੇ ਆਸ ਨਾਲ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਸੱਚ ਦਾ ਸਾਥ ਦਿਓ। ਤੁਹਾਨੂੰ ਜ਼ਰੂਰ ਪਤਾ ਲੱਗੇਗਾ ਕਿ ਮੀਮਸਾ ਵਿਦ ਪ੍ਰੂਫ ਕਹਿ ਰਹੀ ਹੈ, ਸੁਖਬੀਰ ਤਾਂ ਪ੍ਰੂਫ ਨਾਲ ਕਹਿ ਹੀ ਨਹੀਂ ਸਕਦਾ। ਅਗਰ ਉਹਨੂੰ ਇਹ ਹੈਗਾ ਤਾਂ ਉਹ ਆਪਣੇ ਦਿੱਲੀ ਰਹਿਸ਼ ਦੀਆਂ CCTV ਕੈਮਰੇ ਦੀਆਂ ਫੋਟੋਆਂ ਜਨਤਕ ਕਰਦੇ 16 ਤੇ 17 ਦੀਆਂ। ਅਤੇ ਦੂਸਰਾ, ਮੀਮਸਾ ਨੂੰ ਜਿਹੜੀ ਗੱਲ ਹੋਈ ਹੈ ਉਹ ਟੇਬਲ ਟਾਕ ਕਰ ਲਏ। ਮੈਂ ਤਾਂ ਆਪਸ਼ਨਾਂ ਦੇ ਰਹੀ ਹਾਂ, ਮੈਂ ਤਾਂ ਇਨਵਾਈਟ ਕਰ ਰਹੀ ਹਾਂ। ਤੁਸੀਂ ਕਮੈਂਟਾਂ ਕਰ ਕਰਕੇ ਸੁਖਬੀਰ ਵਰਗੇ ਲੀਡਰਾਂ ਨੂੰ ਸ਼ਹਿ ਦੇ ਰਹੇ ਹੋ। ਇੱਕ ਸੁਖਬੀਰ ਨਹੀਂ, ਪਤਾ ਨਹੀਂ ਕਿੰਨੇ ਕੁ ਪੈਦਾ ਕਰਕੇ ਜਾਏਗਾ ਇਹ ਜਿਹੇ ਸੁਖਬੀਰ ਪੰਜਾਬ ਦੇ ਵਿੱਚ। ਸੋ ਆਪਾਂ ਨੂੰ ਜਾਗਣ ਦੀ ਅਤੇ ਸੁਚੇਤ ਹੋਣ ਦੀ ਲੋੜ ਹੈ ਸੱਚਾਈ ਸਾਹਮਣੇ ਲਿਆਉਣ ਵਾਸਤੇ। ਇਹ ਸਨ ਸ਼੍ਰੀਮਤੀ ਰਜਿੰਦਰ ਕੌਰ ਮੀਮਸਾ, ਜਿਨ੍ਹਾਂ ਨੇ ਪੂਰੀ ਆਪਣੀ ਗੱਲ ਤੇ ਇਸ ਵਿਸ਼ੇ ਦੇ ਉੱਪਰ ਵਿਸਥਾਰ ਨਾਲ ਤੱਥਾਂ ਦੇ ਸਮੇਤ ਆਪਣੀ ਕਹਾਣੀ ਵੀ ਸਾਹਮਣੇ ਰੱਖੀ ਹੈ ਤੇ ਮੌਜੂਦਾ ਹਾਕਮਾਂ ਸਣੇ ਪ੍ਰਸ਼ਾਸਨ ਦੀ ਵੀ ਪੋਲ ਖੋਲ੍ਹੀ ਹੈ ਵੀ ਕਿਸ ਤਰ੍ਹਾਂ ਇਹ ਜਿਹੜਾ ਪੂਰਾ ਖੇਡ ਚੱਲ ਰਹੀ ਹੈ। ਕਦੋਂ ਗੁਰੂ ਗ੍ਰੰਥ ਸਾਹਿਬ ਦੀ ਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਜਿਹੜੀਆਂ ਹੋਈਆਂ ਨੇ, ਉਹਦੀ ਕਦੋਂ ਇਨਸਾਫ ਮਿਲੇਗਾ, ਕਦੋਂ ਸੰਗਤਾਂ ਸ਼ਰਧਾਲੂਆਂ ਦੇ ਜਿਹੜੇ ਰਿਸ ਰਹੇ ਜ਼ਖਮਾਂ ਉਹਨਾਂ ਨੂੰ ਇਨਸਾਫ ਦੇ ਨਾਲ ਮੱਲਮ ਲੱਗੂਗੀ, ਇਹ ਤਾਂ ਪਰਮਾਤਮਾ ਜਾਣਦਾ ਹੈ। ਮੈਂ ਲੁਬਾਰ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ, ਚੈਨਲ 7 ਡੇ ਨਿਊਜ਼ ਬਰਨਾਲਾ।